ਅਗਲਾ ਗੁਰਵਾਕ ਵੀ ਆਨਮਤ ਪਖੰਡ ਕਰਮ ਦੀ ਪੋਲ ਨੂੰ ਖੂਬ ਖੋਲਦਾ ਹੈ। ਯਥਾ ਗੁਰਵਾਕ। बसंत महला पहला। सोने का चौका, कंचन क्वार, रुपए की कारां, बहुत विस्तार, गंगा का उदक, करंते की आग, गरुड़ा खाना, दुध स्यों गाढ़। रे मन लेखै कबहू न पाए, जाम न भीजै, साच नाए रहाओ। 10-8 लीखे होमै पास, चारे बेद मुख आगर पाठ, पुरबी नावै, वरना की दात, वर्त नेम करे दिन रात। काजी मुल्ला होमै शेख, जोगी जंगम भगवे भेख, को गिरही कर्मा की संद, बिन बूझे सब खड़ियस बंध। जेते जी लिखी सरकार, करनी ऊपर होवग सार, हुक्म करै मूरख का वार, नानक साचे के सिफत भंडार। व्याख्या। नाम सिमरन तुल कोई धर्म नहीं, भावें सोने दा चौका होवे ਅਤੇ ਸੋਨੇ ਦੇ ਹੀ ਕਰੂਏ, ਗਾਗਰ, ਮਟਕੇ, ਲੋਟੇ ਆਦਿਕ ਬਰਤਨ ਹੋਣ, ਚਾਂਦੀ ਦੀਆਂ ਹੀ ਕਾਰਾਂ ਕੱਢੀਆਂ ਜਾਣ, ਏਡਾ ਵੱਡਾ ਅਡੰਬਰ ਬਹੁਤ ਸਾਰਾ ਕੀਤਾ ਜਾਵੇ, ਗੰਗਾ ਦਾ ਜਲ ਲਿਆ ਕੇ ਚੌਕੇ ਵਿੱਚ ਵਰਤਿਆ ਜਾਵੇ, ਯੱਗ ਹਵਨ ਦੀ ਪਵਿੱਤਰ ਸਮਝੀ ਗਈ ਅੱਗ ਉਸ ਚੌਕੇ ਵਿੱਚ ਜਲਾਈ ਜਾਵੇ ਜੋ ਸੂਰਜ ਦੀਆਂ ਕਿਰਨਾਂ ਚੋਂ ਜਾਂ ਪੱਥਰ ਘਸਾ ਕੇ ਮਚਾਈ ਜਾਂਦੀ ਹੈ। ਐਸੇ ਚੌਕੇ ਵਿੱਚ ਦੁੱਧ ਨਾਲ ਮਿਲਾ ਕੇ ਚੌਲਾਂ ਦੇ ਨਰਮ ਖਾਣੇ ਦੀ ਪਵਿੱਤਰ ਰਸੋਈ ਕੀਤੀ ਜਾਵੇ ਅਤੇ ਐਸੀ ਰਸੋਈ ਦਾ ਬਣਿਆ ਆਹਾਰ ਪੁੰਚਿਆ ਜਾਵੇ। ਏਡੇ ਅਡੰਬਰੀ ਆਹਾਰ ਕਰਮ ਕੀਤੇ ਕਿਸੇ ਵੀ ਲੇਖੇ ਨਹੀਂ ਪੈਂਦੇ ਜਦ ਤੋੜੀ ਸੱਚੇ ਨਾਮ ਦੀ ਅਭਿਆਸ ਕਮਾਈ ਕਰਕੇ ਭਿੱਜਿਆ ਨਾ ਜਾਵੇ। ਲੇਖੇ ਪੈਂਦੀ ਹੈ ਤਾਂ ਗੁਰਮਤ ਨਾਮ ਦੀ ਰਸ ਭਿੰਨੀ ਕਮਾਈ ਹੀ ਲੇਖੇ ਪੈਂਦੀ ਹੈ। ਹੋਰ ਆਨਮਤ ਕਰਮ ਕਿਸੇ ਵੀ ਲੇਖੇ ਨਹੀਂ ਪੈਂਦੇ। 18 ਹੀ ਪੁਰਾਣ ਆਪਣੇ ਹੱਥੀਂ ਲਿਖ ਕੇ ਪਾਸ ਧਰੇ ਹੋਣ, ਚਾਰੇ ਹੀ ਵੇਦਾਂ ਦਾ ਮੂੰਹ ਜ਼ਬਾਨੀ ਪਾਠ ਚੇਤੇ ਹੋਵੇ ਅਤੇ ਨਿਤਾਪ੍ਰਤ ਕੀਤਾ ਜਾਵੇ। ਖਾਸ ਆਨਮਤੀ ਤਿਉਹਾਰਾਂ ਸਮੇਂ ਸਾਰੇ ਆਨਮਤੀ ਤੀਰਥਾਂ ਤੇ ਨਹਾਇਆ ਜਾਵੇ। ਖੱਤਰੀ ਬ੍ਰਾਹਮਣ ਆਦਿਕ ਵਰਨਾਂ ਲਈ ਜੋ ਦਾਨ ਪੁੰਨ ਕਰਨੇ ਲਿਖੇ ਹਨ ਆਨਮਤੀ ਪੁਸਤਕਾਂ ਵਿੱਚ ਉਹ ਵੀ ਕੀਤੇ ਜਾਣ ਅਤੇ ਐਨ ਪੁਰਬੀ ਲੱਗੇ ਸਮੇਂ ਅਭੀਚ ਨਛੱਤਰ ਸਮੇਂ ਕੀਤੇ ਜਾਣ। ਹਿੰਦੂ ਮਤ ਦੇ ਵਰਤ ਨੇਮ ਸੰਜਮ ਸਾਰੇ ਹੀ ਕੀਤੇ ਜਾਣ ਅਤੇ ਦਿਨੇ ਰਾਤ ਲਗਾਤਾਰ ਹਫ਼ਤਿਆਂ ਬੱਧੀ ਬਰਸਾਂ ਬੱਧੀ ਕੀਤੇ ਜਾਣ। ਅਜਿਹੇ ਆਨਮਤੀ ਕਰਮ ਕੀਤੇ ਕਿਸੇ ਵੀ ਲੇਖੇ ਨਹੀਂ ਪੈਂਦੇ, ਅਜਾਈ ਜਾਂਦੇ ਹਨ। ਭਾਵੇਂ ਮੁਸਲਮਾਨੀ ਮਤ ਦੇ ਕਾਜ਼ੀ ਮੁੱਲਾਂ ਅਤੇ ਸ਼ੇਖ ਕਿਤਨੇ ਹੀ ਕੁਰਾਨ ਕਤੇਬੀ ਮਸਲੇ ਅਤੇ ਸ਼ਰਾਹ ਦੇ ਕਰਮ ਕਮਾਉਣ ਵਾਲੇ ਹੋਣ ਅਤੇ ਹਿੰਦੂ ਮਤ ਦੇ ਭਾਵੇਂ ਕਿਤਨੇ ਹੀ ਜੋਗੀ ਜੰਗਮ ਸੰਨਿਆਸੀ ਉਦਾਸੀ ਭਗਵੇਂ ਭੇਸ ਦਾ ਵੇਸ ਧਾਰ ਕੇ ਆਨਮਤ ਧਰਮਾਂ ਦੇ ਅਨੇਕ ਕਰਮਾਂ ਨੂੰ ਕਰਨਹਾਰੇ ਹੋਣ ਅਤੇ ਭਾਵੇਂ ਕਿਤਨੇ ਹੀ ਗ੍ਰਸਤੀ ਕਰਮਾਂ ਦੀ ਸੇਧ ਮਿਲਾ ਕੇ ਕਰਮ ਕਮਾਉਣ ਵਾਲੇ ਹੋਣ, ਇਹਨਾਂ ਸਾਰੇ ਹੀ ਆਨਮਤ ਕਰਮਾਂ ਦੇ ਕਰਨਹਾਰੇ ਜੰਪੁਰ ਬਨ ਕੇ ਚਲਾਏ ਜਾਣਗੇ। ਕਿਸੇ ਦਾ ਲਿਹਾਜ਼ ਨਹੀਂ ਕੀਤਾ ਜਾਊ। ਗੁਰਮਤ ਨਾਮ ਨੂੰ ਬੁੱਝੇ ਬਿਨਾਂ ਤੇ ਬੁੱਝ ਕੇ ਕਮਾਏ ਬਿਨਾਂ ਬੰਦ ਖਲਾਸੀ ਕਦੇ ਵੀ ਨਹੀਂ ਹੁੰਦੀ। ਇਹਨਾਂ ਆਨਮਤ ਕਰਮਾਂ ਦੇ ਕਮਾਉਣ ਕਰ ਕਦਾਚਿਤ ਨਹੀਂ ਹੋ ਸਕਦੀ। ਜਿਤਨੇ ਵੀ ਜੀ ਜੰਤ ਹਨ ਸਭਨਾਂ ਦੇ ਸਿਰ ਤੇ ਕਾਰ ਲਿਖੀ ਹੋਈ ਹੈ। ਉਸ ਲਿਖੀ ਕਾਰ ਲਿਖਤ ਦੇ ਅਨੁਸਾਰ ਹੀ ਉਹ ਕਰਮ ਕਮਾਉਂਦੇ ਹਨ। ਪਰੰਤੂ ਗੁਰਮਤ ਕਰਨੀ ਹੀ ਸਭ ਤੋਂ ਪ੍ਰਧਾਨ ਕਰਮਣੀ ਸ੍ਰੇਸ਼ਟ ਕਾਰ ਹੈ। ਜਦ ਨਿਸਤਾਰਾ ਹੋਣਾ ਹੈ ਤਾਂ ਗੁਰਮਤ ਸਿਫਤ ਸਲਾਹੀ ਸੱਚੀ ਸਾਰ ਕਰਨੀ ਦੁਆਰਾ ਹੀ ਹੋਣਾ ਹੈ। ਸਾਚੇ ਦੀ ਸਿਫਤ ਸਲਾਹ ਦੇ ਭੰਡਾਰ ਗੁਰੂ ਨਾਨਕ ਸਾਹਿਬ ਦੇ ਘਰ ਦਰ ਦਰਬਾਰ ਵਿੱਚ ਖੁੱਲ੍ਹੇ ਹਨ। ਜੋ ਇਸ ਦਰ ਦਰਬਾਰ ਨੂੰ ਛੱਡ ਕੇ ਹੋਰ ਥਾਵੀਂ ਹੋਰਨੀ ਆਨਮਤ ਦੇ ਘਰੀਂ ਦਰੀਂ ਟੱਕਰਾਂ ਮਾਰਦੇ ਫਿਰਦੇ ਹਨ ਉਹ ਮਨਮਤੀਏ ਮੂਰਖ ਗਵਾਰ ਹਨ। ਉਹ ਲੋਕਾਂ ਉੱਤੇ ਆਪਣੀ ਮਨਮਤ ਦੀ ਆਨਮਤ ਕਰਮੀ ਈਨ ਜਮਾ ਕੇ ਆਪਣਾ ਹੁਕਮ ਚਲਾਉਣਾ ਚਾਹੁੰਦੇ ਹਨ, ਸੋ ਸਭ ਬਿਰਥਾ ਹੈ। ਕਿਤਨੇ ਹੀ ਆਪੰਥੀ ਆਪਣੀ ਆਪਣੀ ਕਰਮ ਧਰਮ ਹੁਕਮੀ ਈਨ ਮਨਾ ਕੇ ਚਲੇ ਗਏ। ਓੜਕ ਇਹ ਮੀਣੇ ਰਸਾਤਲੀ ਹੀ ਜਾ ਪਏ। ਇਹਨਾਂ ਦੇ ਮਨਮਤ ਕਰਮ ਇਹਨਾਂ ਨੂੰ ਨਾ ਹੀ ਸਹਾਈ ਹੋਏ, ਨਾ ਇਹਨਾਂ ਦੇ ਪਿਛਲੱਗਾਂ ਨੂੰ ਇਹਨਾਂ ਆਨਮਤ ਮਨਮਤੀ ਕਰਮਾਂ ਦੀ ਕੋਈ ਸਹਾਇਤਾ ਹੋਈ। ਐਸੇ ਅਗਲੇ ਗੁਰਵਾਕ ਵਿੱਚ ਦੱਸੇ ਆਨਮਤ ਕਰਮੀ ਮਨਮਤੀਆਂ ਦੀ ਦੁਰਗਤ ਅਤੇ ਦੁਰਦਸ਼ਾ ਹੋਵੇਗੀ। ਯਥਾ ਗੁਰਵਾਕ। ਬਸੰਤ ਮਹਲਾ ਤੀਜਾ। ਬਸਤਰ ਉਤਾਰ ਦਿਗੰਬਰ ਹੋਗ, ਜਟਾ ਧਾਰ ਕਿਆ ਕਮਾਵੈ ਜੋਗ। ਮਨ ਨਰਮਲ ਨਹੀਂ ਦਸਵੇਂ ਦਵਾਰ, ਭ੍ਰਮ ਭ੍ਰਮ ਆਵੈ ਮੂੜਾ ਵਾਰੋ ਵਾਰ। ਏਕ ਧਿਆਵੋ ਮੂੜ ਮਨਾ, ਪਾਰ ਉਤਰ ਜਾਹੇ ਇੱਕ ਖਿਨਾ ਰਹਾਓ। ਸਿਮਰਿਤ ਸ਼ਾਸਤਰ ਕਰੈ ਵਖਿਆਣ, ਨਾਦੀ ਬੇਦੀ ਪੜ੍ਹੈ ਪੁਰਾਣ। ਪਾਖੰਡ ਦ੍ਰਿਸ਼ਟ ਮਨ ਕਪਟ ਕਮਾਹੇ, ਤਿਨ ਕੈ ਰਮਈਆ ਨੇੜ ਨਾਹੇ। ਜੇ ਕੋ ਐਸਾ ਸੰਜਮੀ ਹੋਏ, ਕਿਰਿਆ ਵਿਸੇਖ ਪੂਜਾ ਕਰੇ। ਅੰਤਰ ਲੋਭ ਮਨ ਬਿਖਿਆ ਮਾਹੇ, ਓਏ ਨਿਰੰਜਨ ਕੈਸੇ ਪਾਹੇ।
ਕੀਤਾ ਹੋਆ ਕਰੇ ਕਿਆ ਹੋਏ, ਜਿਸਨੋਂ ਆਪ ਚਲਾਏ ਸੋਏ, ਨਦਰ ਕਰੇ ਤਾਂ ਭਰਮ ਚੁਕਾਏ, ਹੁਕਮੈ ਬੂਝੈ ਤਾਂ ਸਾਚਾ ਪਾਏ। ਜਿਸ ਜਿਉ ਅੰਤਰ ਮੈਲਾ ਹੋਏ, ਤੀਰਥ ਭਵੈ ਦਸੰਤਰ ਲੋਏ, ਨਾਨਕ ਮਿਲਿਐ ਸਤਿਗੁਰ ਸੰਗ, ਤਉ ਭਉ ਜਲ ਕੇ ਟੂਟਸ ਬੰਧ। ਇਸ ਗੁਰਵਾਕ ਦਾ ਤਤ ਵਿਆਖਤ ਭਾਵ ਇਹ ਹੈ ਕਿ ਗੁਰਮਤਿ ਨਾਮ ਤੋਂ ਬਿਨਾਂ ਕਿਸੇ ਵੀ ਆਨਮਤ ਕਰਮ ਕੀਤਿਆਂ ਮਨ ਕਦੇ ਨਿਰਮਲ ਨਹੀਂ ਹੁੰਦਾ। ਆਨਮਤ ਕਰਮਾਂ ਦੇ ਸਾਧਨ ਸਭ ਫੋਕਟ ਹਨ। ਇੱਕੋ ਸਾਧਨ ਵਰਤਣਾ ਹੀ ਉਚਿਤ ਹੈ ਜੋ ਗੁਰੂ ਕੀ ਸੰਗਤ ਵਿੱਚੋਂ ਮਿਲਦਾ ਹੈ। ਅਨੇਕਾਂ ਐਸੇ ਆਨਮਤ ਕਰਮੀ ਪਰਪੰਚੀ ਪਖੰਡੀ ਲੋਕ ਹਨ ਜੋ ਤਨ ਬਦਨ ਦੇ ਸਾਰੇ ਬਸਤਰ ਉਤਾਰ ਕੇ ਨੰਗੇ ਦਿਗੰਬਰ ਬਣ ਬੈਠਦੇ ਹਨ। ਪਰ ਨੰਗੇ ਰਹਿਆਂ ਤੇ ਨੰਗ ਧੜੰਗੇ ਫਿਰਿਆਂ ਜੇ ਮੁਕਤੀ ਪ੍ਰਾਪਤ ਹੋ ਜਾਵੇ ਤਾਂ ਬਨਾਂ ਦੇ ਮਿਰਗ ਸਾਰੇ ਹੀ ਮੁਕਤ ਹੋ ਜਾਣੇ ਚਾਹੀਦੇ ਹਨ। ਨੰਗਿਆਂ ਧੜੰਗਿਆਂ ਫਿਰਿਆਂ ਪਖੰਡੀ ਸਾਧ ਹੀ ਸਦਾਈਦਾ ਹੈ। ਇਸ ਪਖੰਡ ਭੇਖ ਕੀਤਿਆਂ ਕਦੇ ਮੁਕਤੀ ਨਹੀਂ ਹੁੰਦੀ। ਹੋਰ ਅਜਿਹੇ ਹੀ ਆਨਮਤ ਪਖੰਡ ਸਾਧਨਾ ਨੂੰ ਸਾਧਨਹਾਰ ਜੋਗੀ ਬਣੇ ਫਿਰਦੇ ਹਨ। ਪਰ ਨਿਰੇ ਜਟਾਧਾਰੀ ਜੋਗੀ ਪਰਪੰਚ ਕਰਮਾਰੀ ਹੋਇਆਂ ਕਿਆ ਖਾਕ ਜੋਗ ਕਮਾਇਆ ਜਾਂਦਾ ਹੈ। ਜੋਗ ਦਾ ਦਰ ਦੂਰ ਹੈ। ਸੱਚੜਾ ਜੋਗ ਮਨਮਤੀਆਂ ਦੀ ਕਿਰਿਆ ਤੋਂ ਕਾਫੂਰ ਹੈ। ਮਨ ਤਾਂ ਉਹਨਾਂ ਦਾ ਨਿਰਮਲ ਨਹੀਂ ਹੁੰਦਾ। ਦਸਵੇਂ ਦੁਆਰ ਪਾਉਣ ਚੜਾਉਣ ਦੇ ਯਤਨ ਉਹਨਾਂ ਦੇ ਨਿਸਫਲ ਹੀ ਜਾਂਦੇ ਹਨ। ਦਸਵੇਂ ਦੁਆਰ ਦਾ ਪਾਉਣ ਚੜਾਉਣ ਦਾ ਪ੍ਰਪੰਚ ਕਰਮੀ ਜੋਗ ਕਰ ਕਰ ਥੱਕ ਰਹਿੰਦਾ ਹੈ। ਪਾਉਣ ਉੱਪਰ ਨੂੰ ਚੜਾਉਂਦਾ ਹੈ, ਹਠ ਯੋਗ ਕਰ ਕਰ, ਪਰ ਭਰਮ ਭਰਮ ਕੇ ਮੁੜ ਆਉਂਦਾ ਹੈ। ਮੂੜਾ ਮੁਗਧ ਗਵਾਰ ਦਸਵੇਂ ਦੁਆਰ ਪਹੁੰਚਣਾ ਹੀ ਨਹੀਂ ਪਾਉਂਦਾ। ਠਹਿਰਾਓ ਕਿਵੇਂ ਹੋਵੇ, ਭਰਮ ਭਰਮ ਕੇ ਪਚਦਾ ਰਹਿੰਦਾ ਹੈ। ਇਸ ਹਠ ਯੋਗ ਕਿਰਿਆ ਦੁਆਰਾ ਨਾ ਹੀ ਦਸਮ ਦੁਆਰਾ ਮਿਲਦਾ ਹੈ, ਨਾ ਹੀ ਮਨ ਨਿਰਮਲ ਹੁੰਦਾ ਹੈ। ਤਾਂ ਕਾਹਦਾ ਯੋਗ ਕਮਾਉਣਾ ਹੈ ਅਤੇ ਕਾਹਦਾ ਦਸਮ ਦੁਆਰੇ ਪਾਉਣ ਚੜਾਉਣਾ ਹੈ। ਸਭ ਬਿਰਥੀ ਫੋਕਟ ਕਿਰਿਆ ਹੈ। ਗੁਰੂ ਸਾਹਿਬ ਐਸੇ ਮੂੜ ਮਨ ਵਾਲੇ ਹਠ ਯੋਗੀ ਆਨਮਤ ਪਰਪੰਚ ਕਰਮੀ ਨੂੰ ਉਪਦੇਸ਼ ਦਿੰਦੇ ਹਨ ਕਿ ਹੇ ਮੂੜ ਮਨ ਮੁਗਦੀ ਪਖੰਡੀ ਜਨ, ਇੱਕ ਅਕਾਲ ਪੁਰਖ ਦੇ ਗੁਰਮਤ ਨਾਮ ਅਭਿਆਸ ਦੁਆਰਾ ਧਿਆਨ ਧਰੋ ਤਾਂ ਸੁਤੇ ਹੀ ਇਹ ਸਹਿਜ ਯੋਗ ਦੀ ਕਮਾਈ ਕੀਤਿਆਂ ਦਸਮ ਦੁਆਰ ਵੀ ਖੁੱਲ ਜਾਂਦਾ ਹੈ ਅਤੇ ਮਨ ਵੀ ਸੱਚੇ ਟਿਕਾਓ ਵਿੱਚ ਆ ਜਾਂਦਾ ਹੈ। ਜਦੋਂ ਇਹ ਪਦ ਪ੍ਰਾਪਤ ਹੋਇਆ, ਦਸਵੇਂ ਦੁਆਰ ਮਨ ਠਹਿਰਾਉਂਦਾ ਹੈ ਤਾਂ ਇੱਕ ਫੋਰੇ ਵਿੱਚ ਇਸ ਭਵ ਸਾਗਰ ਤੋਂ ਪਾਰ ਉਤਰ ਜਾਣ ਦਾ ਸਰੰਜਾਮ ਬਣ ਜਾਂਦਾ ਹੈ। ਸਿਮਰਤੀਆਂ ਸ਼ਾਸਤਰਾਂ ਦਾ ਬਹੁ ਭਾਰੀ ਵਖਿਆਣ ਕਹਿਆਂ ਸੁਣਿਆ ਵੀ ਕੁਝ ਨਹੀਂ ਬਣਦਾ। ਉਹਨਾਂ ਦੀਆਂ ਨਾਦ ਧੁਨੀਆਂ ਅਤੇ ਧੁਨਾਉਣ ਹਾਰੇ ਅਤੇ ਵੇਦ ਮੰਤਰ ਉਚਾਰਨ ਹਾਰਿਆਂ ਤੇ ਪੁਰਾਨਾਂ ਦੇ ਪੜ੍ਹਨ ਹਾਰਿਆਂ ਨੂੰ ਵੀ ਕੁਝ ਲੱਭਤਾ ਨਹੀਂ ਹੁੰਦੀ। ਐਸੇ ਪਖੰਡ ਦ੍ਰਿਸ਼ਟੀ ਵਾਲਿਆਂ ਅਤੇ ਮਨ ਕਪਟ ਕਮਾਉਣ ਵਾਲਿਆਂ ਦੇ ਰਮਈਆ ਨੇੜੇ ਨਹੀਂ ਟੁਕਦਾ। ਅਨੇਕ ਸੰਜਮਾਂ ਕਰਕੇ ਇੰਦਰੀਆਂ ਨੂੰ ਵਸ ਕਰਨ ਦੇ ਸਾਧਨ ਕਮਾਉਣ ਹਾਰਾ ਵਿਸ਼ੇਸ਼ ਕਰਮੀ ਸੰਜਮ ਕਰਨ ਹਾਰਾ ਸੰਜਮੀ ਵੀ ਭਾਵੇਂ ਕੋਈ ਹੋਵੇ, ਉਸ ਦਾ ਵੀ ਵਿਸ਼ੇਸ਼ ਕਰਮੀ ਸੰਜਮ ਬਿਰਥਾ ਹੀ ਜਾਂਦਾ ਹੈ। ਕਿਉਂਕਿ ਇੰਨੇ ਆਨਮਤ ਪਖੰਡ ਕਰਦਿਆਂ ਵੀ ਉਸ ਦਾ ਮਨ ਬਿਖ ਮਾਇਆ ਵਿੱਚ ਹੀ ਖਪਤ ਰਹਿੰਦਾ ਹੈ ਅਤੇ ਹਿਰਦਾ ਲੋਭ ਨਾਲ ਲਿਬੜਿਆ ਰਹਿੰਦਾ ਹੈ। ਐਸੇ ਪਖੰਡ ਕਰਮੀ ਪੁਰਸ਼ਾਂ ਨੂੰ ਨਿਰੰਜਨ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਭਲਾ ਕਿਵੇਂ ਹੋ ਸਕਦੀ ਹੈ? ਹੋ ਹੀ ਨਹੀਂ ਸਕਦੀ। ਕਰਤੇ ਪੁਰਖ ਦੇ ਕੀਤੇ ਹੋਏ ਅਲਪਗ ਜੰਤ ਦਾ ਚਾਰਾ ਕੁਝ ਨਹੀਂ ਚੱਲਦਾ। ਉਸ ਦੇ ਕੀਤੇ ਕੁਝ ਨਹੀਂ ਬਣਦਾ। ਉਸ ਮਨਮਤੀਏ ਦਾ ਕੀਤਾ ਕਰਮ ਕਿਸੇ ਲੇਖੇ ਨਹੀਂ ਪੈਂਦਾ। ਜਿਸ ਨੂੰ ਕਰਤਾ ਪੁਰਖ ਆਪ ਸੁਮੱਤੇ ਲਾਏ, ਉਹ ਸੱਚੇ ਸੁਮਾਰਗ ਤੇ ਚੱਲਦਾ ਹੈ। ਜਿਸ ਦੇ ਉੱਪਰ ਸੱਚੇ ਸਾਹਿਬ ਦੀ ਨਦਰ ਮਿਹਰ ਹੋਵੇ, ਉਸ ਦਾ ਹੀ ਆਨਮਤ ਕਰਮੀ ਭਰਮ ਭੁਲਾਵਾ ਚੁੱਕਿਆ ਜਾਂਦਾ ਹੈ। ਨਦਰਾਂ ਕਰਮਾਂ ਵਾਲਿਆਂ ਨੂੰ ਹੀ ਸੱਚੇ ਵਾਹਿਗੁਰੂ ਦੇ ਸੱਚੜੇ ਹੁਕਮ ਦੀ ਸੂਝ-ਬੂਝ ਆਉਂਦੀ ਹੈ। ਇਸ ਸੱਚ ਹੁਕਮੀ ਸੋਝੀ ਪੈਣ ਕਰ ਹੀ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਐਵੇਂ ਨਹੀਂ। ਆਨਮਤ ਕਰਮ ਕਰਿਆਂ ਤੋਂ ਸਗੋਂ ਅੰਦਰਲਾ ਜੀਵਾਤਮਾ ਮੈਲਾ ਹੀ ਹੁੰਦਾ ਹੈ। ਭਾਵੇਂ ਸਾਰੇ ਦੇਸ਼ ਦੇਸ਼ਾਂਤਰੀ ਤੀਰਥਾਂ ਤੇ ਨਹਾਉਂਦਾ ਫਿਰੇ ਅਤੇ ਸਾਰੀਆਂ ਲੋਆਂ ਖੰਡਾਂ ਪੁਰੀਆਂ ਵਿਖੇ ਭੌਂਦਾ ਫਿਰੇ। ਕੁਝ ਉੱਚੇ ਭਾਗ ਹੋਣ ਤਾਂ ਸੱਚੇ ਸਤਿਗੁਰੂ ਗੁਰੂ ਨਾਨਕ ਦੇ ਘਰ ਦੀ ਸੰਗਤ ਵਿੱਚ ਨਿਵਾਸ ਹੋਵੇ ਤਾਂ ਭੌਜਲ ਦੇ ਸਾਰੇ ਬੰਧ ਟੁੱਟ ਜਾਣ। ਨਹੀਂ ਤਾਂ ਆਨਮਤੀ ਕਰਮ ਕਰੰਦਿਆਂ ਸਗੋਂ ਹੋਰ ਫੰਦੇ ਗਲ ਵਿੱਚ ਪੈਂਦੇ ਹਨ। ਅਗਲੇ ਗੁਰਪਰਮਾਣ ਵਿੱਚ ਹੋਰ ਵੀ ਖੋਲ ਕੇ ਪੋਲ ਖੋਲਿਆ ਹੈ ਆਨਮਤ ਪਖੰਡ ਕਰਮ ਦਾ। ਯਥਾ ਗੁਰਵਾਕ ਸਾਰੰਗ ਮਹਲਾ ਪੰਜਵਾਂ। ਹਰ ਜਿਉ ਅੰਤਰ ਜਾਮੀ ਜਾਨ, ਕਰਤ ਬੁਰਾਈ ਮਨੁੱਖ ਤੇ ਛਪਾਈ, ਸਾਖੀ ਭੂਤ ਪਵਾਨ। ਰਹਾਓ ਵੈਸ਼ਨੋ नाम करत खट कर्मा, अंतर लोभ जुठान, संत सभा की निंदा करते, डूबे सब अज्ञान।
करें सोम पाक हिरें पर दरबा, अंतर झूठ गुमान, शास्त्र वेद की बिद नहीं जाने, व्यापे मन कै मान। संध्या काल करें सब वर्ता, ज्यों सफरी दमफान, प्रभु भुलाए उजड़ पाए, निहफल सब करमान। सो ज्ञानी सो वैष्णो पढ़िया, जिस करी कृपा भगवान, उन सतगुर सेव परम पद पाया, उदरिया सगल बिस्वान। क्या हम करें किच कथ नहीं जाने, प्रभ भावै तिमें बुलान, साध संगत की तूर एक मांगो, जन नानक पयो सरान। व्याख्या ਘਟ ਘਟ ਕੇ ਪਟ ਪਟ ਕੀ ਜਾਣਨ ਹਾਰਾ, ਵਾਹਿਗੁਰੂ ਅੰਤਰਜਾਮੀ ਪ੍ਰਾਣੀਆਂ ਦੇ ਪਖੰਡ ਕੁਕਰਮਾਂ ਦੀ ਗਤੀ ਦਾ ਜਾਣੂ ਹੈ। ਭਾਵੇਂ ਕੋਈ ਕਿਤਨਾ ਹੀ ਲੁਕ ਛਿਪ ਕੇ ਕੁਕਰਮ ਕਰੇ, ਮਾਨੁਖ ਨਾਲ ਜੋ ਬੁਰਾਈ ਕਰਦਾ ਹੈ, ਉਹ ਕੀਤੀ ਬੁਰਾਈ ਮਨੁੱਸ਼ਾਂ ਪਾਸੋਂ ਤਾਂ ਛਿਪ ਸਕਦੀ ਹੈ, ਪਰੰਤੂ ਵਾਹਿਗੁਰੂ ਅੰਤਰਜਾਮੀ ਪਾਸੋਂ ਨਹੀਂ ਛਿਪ ਸਕਦੀ, ਜੋ ਪਾਉਣ ਸਮਾਨ ਹਰ ਥਾਂ ਹਰ ਅਸਥਾਨ ਤੇ ਮੌਜੂਦ ਹਾਜ਼ਰ ਨਾਜ਼ਰ ਹੈ। ਇਸ ਕਰਕੇ ਅਰਥਾਤ ਹਰ ਜਗ੍ਹਾ ਹਾਜ਼ਰ ਨਾਜ਼ਰ ਹੋਣ ਕਰ ਸਾਰਿਆਂ ਦੀਆਂ ਬੁਰਾਈਆਂ ਸਭਸ ਦੇ ਬੁਰੇ ਕਰਮਾਂ ਦਾ ਸ਼ਾਦੇ ਹਾਲ ਹੈ। ਸਭ ਆਪਣੀ ਅੱਖੀਂ ਦੇਖਦਾ ਹੈ, ਉਸ ਤੋਂ ਕੋਈ ਵੀ ਬੁਰਾ ਪਖੰਡ ਕਰਮ ਗੁੱਜਾ ਛਿਪਿਆ ਨਹੀਂ ਰਹਿ ਸਕਦਾ। ਵੈਸ਼ਨੋ ਨਾਉ ਸਦਾਉਣ ਵਾਲਾ ਪਖੰਡ ਕਰਮੀ ਉੱਪਰੋਂ ਤਾਂ ਸ਼ਾਸਤਰਾਂ ਦੇ ਦੱਸੇ ਹੋਏ 6 ਕਰਮ ਵੇਦ ਪੜ੍ਹਨਾ ਪੜ੍ਹਾਉਣਾ, ਯੱਗ ਕਰਨਾ ਕਰਾਉਣਾ, ਦਾਨ ਦੇਣਾ ਦਿਵਾਉਣਾ ਕਰਦਾ ਹੈ, ਪਰ ਅੰਦਰ ਖਾਨੇ ਉਸਦੇ ਲੋਭਮਈ ਝੂਠ ਹੀ ਝੂਠ ਭਰੀ ਹੋਈ ਹੁੰਦੀ ਹੈ। ਤਾਂ ਤੇ ਉਸਦੇ ਖੱਟ ਕਰਮ ਸ਼ਾਸਤਰ ਵਾਲੇ ਕੀਤੇ ਕਰਮ ਸਭ ਨਿਸਫਲ ਹੀ ਜਾਂਦੇ ਹਨ, ਕਿਉਂਕਿ ਉਹ ਪਖੰਡ ਰੂਪ ਹਨ। ਜਿਹੜੇ ਲੋਕ ਸੰਤ ਸਭਾ ਦੀ ਨਿੰਦਿਆ ਕਰਦੇ ਹਨ ਅਤੇ ਆਪਣੇ ਆਪ ਨੂੰ ਗਿਆਨੀ ਕਹਾਉਂਦੇ ਹਨ, ਇਹ ਸਭ ਅਗਿਆਨ ਵਿੱਚ ਡੁੱਬੇ ਹੋਏ ਹਨ ਤੇ ਇਹਨਾਂ ਦਾ ਨਿੰਦਾ ਕਰਨ ਵਾਲਾ ਕਰਮ ਮਹਾਨੰਦਤ ਹੈ ਅਤੇ ਨਿਰੀ ਅਭਿਮਾਨਤਾ ਭਰਿਆ ਹੈ। ਸੋ ਇਹ ਅਗਿਆਨਤਾ ਉਹਨਾਂ ਨੂੰ ਓੜਕ ਡੋਬ ਲੈ ਜਾਂਦੀ ਹੈ। ਜੋ ਲੋਕ ਚੰਦਰਮਾ ਦੀ ਰੋਸ਼ਨੀ ਨਾਲ ਪੱਕੇ ਹੋਏ ਫਲਾਂ ਦਾ ਆਹਾਰ ਕਰਦੇ ਹਨ ਅਤੇ ਚੰਦਰਮਾ ਨੂੰ ਦੇਖ ਕੇ ਉਸ ਦੀ ਕਲਾ ਅਨੁਸਾਰ ਆਹਾਰ ਘਟਾਈ ਵਧਾਈ ਜਾਂਦੇ ਹਨ, ਜਾਂ ਬਿਨ ਪਕਵਾਨ ਘਿਓ ਵਿੱਚ ਪੱਕੇ ਹੋਏ ਭੋਜਨ ਦੇ ਹੋਰ ਕੁਝ ਖਾਂਦੇ ਨਹੀਂ ਤੇ ਉਹ ਆਪਣਾ ਪਕਾਇਆ ਹੋਇਆ ਭੋਜਨ ਹੀ ਖਾਂਦੇ ਹਨ, ਐਸੇ ਸੋਮਪਾਕੀਆਂ ਦੇ ਸੋਮਪਾਕ ਕਰਮ ਸਭ ਪਖੰਡ ਰੂਪ ਹਨ, ਕਿਉਂਕਿ ਉਹਨਾਂ ਦੇ ਅੰਦਰ ਨਿਰਾ ਝੂਠ ਗੁਮਾਨ ਹੀ ਹੁੰਦਾ ਹੈ। ਪਰਾਏ ਦਰਬ ਮਾਲ ਨੂੰ ਚੁਰਾਉਣ ਤੋਂ ਉਹ ਦਰੇਗ ਨਹੀਂ ਕਰਦੇ। ਜਿਹੜੇ ਲੋਕ ਸ਼ਾਸਤਰ ਵੇਦ ਦੀ ਵਿਧੀ ਤੋਂ ਆਪਣੇ ਆਪ ਨੂੰ ਜਾਣੂ ਕਹਾਉਂਦੇ ਹਨ ਪਰ ਅਮਲ ਦੇ ਥੋਥੇ ਹਨ, ਉਹਨਾਂ ਨੂੰ ਜਾਣੋ ਕਿ ਸ਼ਾਸਤਰ ਵਿਧੀ ਦੇ ਜਾਣੂ ਹੀ ਨਹੀਂ, ਸ਼ਾਸਤਰ ਵਿਧੀ ਪਖੰਡ ਕਰਮ ਕਰਨੇ ਹੀ ਜਣਾਉਂਦੀ ਹੈ। ਤਾਂ ਤੇ ਇਸ ਪਖੰਡ ਕਰਮ ਦੇ ਕਰਨ ਕਰਕੇ ਉਹ ਆਪਣੇ ਮਨ ਦੇ ਮਾਨ ਵਿੱਚ ਮੱਤੇ ਰਹਿੰਦੇ ਹਨ। ਉਹਨਾਂ ਦਾ ਸ਼ਾਸਤਰ ਵੇਦ ਕਰਮੀ ਹੋਣਾ ਕਿਸ ਅਰਥ, ਕਿਸੇ ਲੇਖੇ ਵੀ ਨਹੀਂ। ਜਿਹੜੇ ਪਖੰਡੀ ਲੋਕ ਆਨਮਤੀ ਦਿਖਾਵੇ ਮਾਤਰ ਸੰਧਿਆ ਤਰਪਣ ਗਾਇਤਰੀ ਕਰਦੇ ਹਨ ਤੇ ਸਾਰੇ ਵਰਤ ਰੱਖਦੇ ਹਨ, ਇਹ ਉਹਨਾਂ ਪਖੰਡੀਆਂ ਆਨਮਤੀਆਂ ਦੇ ਵਰਤ ਨੇਮ ਬੰਦਿਆ ਕਰਮ ਆਦਿਕ ਸਭ ਉਦਰਪੂਰਨਾ ਵਾਲੇ ਹੀ ਪਖੰਡ ਕਰਮ ਹਨ। ਜੈਸੇ ਕਿ ਕੋਈ ਨਿਤ ਮੁਸਾਫਰੀਆਂ ਵਿੱਚ ਰਹਿਣ, ਸਫਰੀ ਮਦਾਰੀ ਆਦਿਕ ਆਪਣੀ ਰੋਜ਼ੀ ਕਮਾਉਣ ਹਿਤ ਮਦਾਰੀ ਵਾਲੇ ਦੰਭ ਦਿਖਾਉਂਦਾ ਹੈ ਅਤੇ ਪਖੰਡ ਕਰਮ ਕਮਾਉਂਦਾ ਹੈ, ਇਹਨਾਂ ਨਿਹਫਲ ਕਰਮੀਆਂ ਦੇ ਸਭ ਕਰਮ ਕੀਤੇ ਨਿਹਫਲ ਹੀ ਹਨ। ਇਹਨਾਂ ਨੂੰ ਇਹਨਾਂ ਦੇ ਪੂਰਬਲੇ ਕਰਮਾਂ ਦੀ ਕੋਈ ਸਜ਼ਾ ਹੀ ਮਿਲੀ ਹੋਈ ਹੁੰਦੀ ਹੈ ਪਰਮਾਤਮਾ ਵੱਲੋਂ, ਜੋ ਇਹਨਾਂ ਪਖੰਡ ਕਰਮਾਂ ਵਿੱਚ ਫੇਰ ਉਲਝਾ ਛੱਡੇ ਹਨ, ਪ੍ਰਭੂ ਦੇ ਭੁਲਾਏ ਹੋਏ ਤੇ ਔਜੜ ਪਾਏ ਹੋਏ ਹਨ। ਜਿਨ੍ਹਾਂ ਉੱਤੇ ਭਗਵਾਨ ਦੀ ਕਿਰਪਾ ਹੋ ਜਾਂਦੀ ਹੈ, ਸੋ ਸੱਚੇ ਵੈਸ਼ਨੋ ਅਤੇ ਸੱਚੇ ਗਿਆਨੀ ਬਣ ਜਾਂਦੇ ਹਨ ਅਰ ਗੁਰੂ ਘਰ ਵਿਖੇ ਜਨਮ ਲੈ ਕੇ ਸਤਿਗੁਰੂ ਦੇ ਸਿੱਖ ਸੇਵਕ ਬਣ ਕੇ ਸੱਚੇ ਵੈਸ਼ਨਵਾਂ ਵਾਲੇ ਸੱਚੇ ਗਿਆਨੀਆਂ ਵਾਲੇ ਕਰਮ ਕਮਾਉਂਦੇ ਹਨ। ਇਸ ਬਿਧ ਸਤਿਗੁਰੂ ਨੂੰ ਸੇਵ ਕੇ ਗੁਰਮਤਿ ਸੇਵਾ ਕਰਮ ਭਗਤੀ ਕਰਨ ਕਰ ਉਹਨਾਂ ਨੂੰ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਨੇ, ਧੰਨ ਗੁਰੂ ਨਾਨਕ ਨੇ ਇਉਂ ਸਾਰੀ ਸ੍ਰਿਸ਼ਟੀ ਨੂੰ, ਸਾਰੀ ਭਰਮ ਭੁੱਲੀ ਲੁਕਾਈ ਨੂੰ ਉਦਾਹਰਨ ਦਾ ਸੱਚਾ ਧੁਰਵਾ ਗੁਰਮਤਿ ਗਿਆਨ ਬਖਸ਼ ਕੇ ਬੰਨਿਆ ਹੈ। ਨਿਰੀ ਕਥਨੀ ਬਦਨੀ ਵਾਲੇ ਫੋਕਟ ਆਨਮਤ ਕਰਮ ਗਿਆਨ ਦੁਆਰਾ ਕੁਝ ਨਹੀਂ ਬਣਦਾ, ਬਸ ਇੱਕੋ ਅਕਾਲ ਗੁਰੂ ਕਰਤਾਰ ਦੇ ਹੀ ਬਣ ਰਹੀਏ। ਜਿਵੇਂ ਉਹ ਚਲਾਵੇ ਤਿਵੇਂ ਚੱਲੀਏ, ਜਿਵੇਂ ਉਹ ਬੁਲਾਵੇ ਤਿਵੇਂ ਬੋਲੀਏ, ਤਾਂ ਹੀ ਸਾਡੀ ਕਲਯੁਗੀ ਜੀਵਾਂ ਦੀ ਸਦਗਤੀ ਹੁੰਦੀ ਹੈ। ਸਾਧ ਸੰਗਤ ਦੀ ਗੁਰੂ ਘਰ ਦੇ ਗੁਰਮੁਖ ਜਨਾਂ ਦੀ ਧੂੜੀ ਬਣ ਰਹੀਏ ਅਤੇ ਸਾਧ ਸੰਗਤ ਦੀ ਸ਼ਰਨੀ ਪੜ ਰਹੀਏ, ਤਾਂ ਹੀ ਆਨਮਤ ਪਖੰਡ ਕਰਮਾਂ ਤੋਂ ਛੁਟਕਾਰਾ ਹੁੰਦਾ ਹੈ। ਐਵੇਂ ਨਹੀਂ, ਸਾਰਾ ਸੰਸਾਰ ਇਹਨਾਂ ਆਨਮਤ ਪਖੰਡ ਕਰਮਾਂ ਕਰਕੇ ਕਾਲ ਦਾ ਹੀ ਗ੍ਰਸਿਆ ਹੋਇਆ ਹੈ।
ਬਿਨਾਂ ਨਾਮ ਗੁਰਮਤਿ ਨਾਮ ਤੋਂ ਕਿਸੇ ਦਾ ਛੁਟਕਾਰਾ ਨਹੀਂ। ਆਨ ਕਰਮ ਸਭ ਬੇਕਾਰ ਰੂਪ ਹਨ। ਵਾਹਿਗੁਰੂ ਦਾ ਭਜਨ ਹੀ ਇੱਕ ਸਾਰ ਕਰਮ ਹੈ ਜੋ ਕੇਵਲ ਗੁਰਮਤਿ ਧਾਰਨ ਕੀਤਿਆਂ ਹੀ ਪ੍ਰਾਪਤ ਹੁੰਦਾ ਹੈ। ਆਨਮਤ ਪਖੰਡ ਕਰਮਾਂ ਦੇ ਕੀਤਿਆਂ ਕਰਨਹਾਰੇ ਸੰਸਾਰੀਆਂ ਦਾ ਮਾਨ ਮੋਹ ਹੀ ਵੱਧਦਾ ਹੈ। ਤ੍ਰਿਸ਼ਨਾ ਕਦੇ ਬੁਝਦੀ ਹੀ ਨਹੀਂ। ਇਸ ਕਰਕੇ ਸਾਰਾ ਸੰਸਾਰ ਕਾਲ ਦਾ ਹੀ ਗ੍ਰਾਸ ਹੁੰਦਾ ਹੈ। ਯਥਾ ਗੁਰਵਾਕ ਹਰ ਭਜ ਆਨ ਕਰਮ ਬੇਕਾਰ, ਮਾਨ ਮੋਹ ਨਾ ਬੁਝਤ ਤ੍ਰਿਸ਼ਨਾ, ਕਾਲ ਗ੍ਰਸ ਸੰਸਾਰ। ਰਹਾਓ। ਸਾਰੰਗ ਮਹਲਾ ਪੰਜਵਾਂ। ਇਹਨਾਂ ਬੇਕਾਰ ਰੂਪ ਆਨਮਤ ਕਰਮਾਂ ਦੇ ਕਰਨ ਕਰ ਮਾਨ ਮੋਹ ਅਤੇ ਤ੍ਰਿਸ਼ਨਾ ਦਾ ਅਭਾਵ ਨਹੀਂ ਹੁੰਦਾ, ਸਗੋਂ ਵਾਧਾ ਹੀ ਵਾਧਾ ਹੁੰਦਾ ਜਾਂਦਾ ਹੈ। ਮਾਨ ਵੀ ਵੱਧਦਾ ਜਾਂਦਾ ਹੈ, ਮੋਹ ਵੀ ਵਧੇਰਾ ਹੁੰਦਾ ਜਾਂਦਾ ਹੈ, ਤ੍ਰਿਸ਼ਨਾ ਵੀ ਦੂਣ ਸਵਾਈ ਹੁੰਦੀ ਜਾਂਦੀ ਹੈ। ਐਸੇ ਹਨ ਇਹ ਆਨਮਤ ਕਰਮ ਬੇਕਾਰ ਰੂਪ। ਆਨਮਤ ਕਰਮਾਂ ਦੇ ਪਖੰਡ ਰੂਪ ਹੋਣ ਦੀ ਪ੍ਰੋੜਤਾ ਇਹ ਅਗਲਾ ਗੁਰਵਾਕ ਖੋਲ ਕੇ ਨਿਰਣੇ ਕਰਾਉਂਦਾ ਹੈ। ਮਹਲਾ ਪਹਿਲਾ। ਨਾ ਭੀਜੈ ਰਾਗੀ ਨਾਦੀ ਬੇਦ, ਨਾ ਭੀਜੈ ਸੁਰਤੀ ਗਿਆਨੀ ਜੋਗ, ਨਾ ਭੀਜੈ ਸੋਗੀ ਕੀਤੈ ਰੋਜ, ਨਾ ਭੀਜੈ ਰੂਪੀ ਮਾਲੀ ਰੰਗ, ਨਾ ਭੀਜੈ ਤੀਰਥ ਭਵਿਆ ਨੰਗ, ਨਾ ਭੀਜੈ ਦਾਤੀ ਕੀਤੈ ਪੁੰਨ, ਨਾ ਭੀਜੈ ਬਾਹਰ ਬੈਠਿਆਂ ਸੁਨ, ਨਾ ਭੀਜੈ ਭੇੜ ਮਰੈ ਭਿੜਸੂਰ, ਨਾ ਭੀਜੈ ਕੀਤੇ ਹੋਵੈ ਧੂੜ, ਲੇਖਾ ਲਿਖੀਐ ਮਨ ਕੈ ਭਾਏ, ਨਾਨਕ ਭੀਜੈ ਸਾਚੈ ਨਾਏ। ਸਾਰੰਗ ਕੀ ਵਾਰ ਮਹਲਾ ਚੌਥਾ। ਵਿਆਖਿਆ। ਗੁਰਮਤਿ ਭਗਤੀ ਭਾਵ ਅਤੇ ਭਜਨ ਤੋਂ ਸਖਣੇ ਫੋਕੇ ਆਨਮਤੀ ਰਾਗਾਂ ਅਨੁਰਾਗਾਂ ਦੁਆਰਾ ਵਾਹਿਗੁਰੂ ਨਹੀਂ ਰੀਝਦਾ, ਨਾ ਭਿੱਜਦਾ ਹੈ। ਨਾ ਹੀ ਆਨਮਤ ਨਾਦ ਬੇਦ ਧੁਨੀਆਂ ਦੇ ਉਚਾਰਿਆਂ ਵਾਹਿਗੁਰੂ ਸੁਪ੍ਰਸੰਨ ਹੁੰਦਾ ਹੈ, ਨਾ ਹੀ ਸੁਰਤੀਆਂ ਸਿਮਰਤੀਆਂ ਦੇ ਘੋਖਿਆਂ ਵਾਹਿਗੁਰੂ ਭਿੱਜਦਾ ਪਰ ਸਿਜਦਾ ਹੈ, ਨਾ ਹੀ ਆਨਮਤ ਅਨੇਕ ਪ੍ਰਕਾਰੀ ਗਿਆਨ ਦੇ ਘੋਖਿਆਂ ਅਤੇ ਹੱਠ ਜੋਗ ਕੀਤਿਆਂ ਭਿੱਜਦਾ ਹੈ, ਨਾ ਹੀ ਸੋਗ ਬ੍ਰਿਤ ਧਾਰਿਆਂ ਮਰਨ ਵਰਤ ਕੀਤਿਆਂ ਅਤੇ ਰੋਜ਼ਿਆਂ ਦੇ ਰੱਖਿਆਂ ਪਰਮਾਤਮਾ ਪ੍ਰਸੰਨ ਹੁੰਦਾ ਹੈ। ਰੂਪ ਅਨਰੂਪ ਕਿਸੇ ਦਾ ਨਹੀਂ ਵਿਚਾਰਦਾ, ਬਹੁਤੇ ਰੂਪਵੰਤਿਆਂ ਤੇ ਵੀ ਨਹੀਂ ਖੁਸ਼ ਹੁੰਦਾ। ਮਾਲਦਾਰ ਗਰੀਬ ਕੰਗਾਲ ਉਸ ਨੂੰ ਇੱਕ ਸਮਾਨ ਹਨ। ਮਤ ਕੋਈ ਗੁਮਾਨ ਕਰੇ ਕਿ ਬਹੁਤੇ ਮਾਲ ਧਨ ਵਾਲਿਆਂ ਤੇ ਉਸ ਦੀ ਖੁਸ਼ੀ ਹੁੰਦੀ ਹੈ, ਭਾਵੇਂ ਪੰਡਾਂ ਦੀਆਂ ਪੰਡਾਂ ਮਾਲ ਧਨ ਦੀਆਂ ਦਾਨ ਪੁੰਨ ਕਰਕੇ ਉਸ ਨੂੰ ਰਿਝਾਵੇ, ਪਰ ਪ੍ਰੀਤਮ ਪਿਆਰਾ ਪਰਮਾਤਮਾ ਮਾਲ ਧਨ ਨਾਲ ਨਹੀਂ ਭਿੱਜਦਾ। ਜਿਹੜੇ ਲੋਕ ਮਾਇਕ ਸੁੱਖਾਂ ਦੀਆਂ ਬਹੁਤੀਆਂ ਰੰਗ ਰਲੀਆਂ ਅਤੇ ਮੌਜਾਂ ਮਾਣਦੇ ਨਜ਼ਰ ਆਉਂਦੇ ਹਨ, ਉਹ ਵੀ ਉਸ ਦੀ ਸੁਪ੍ਰਸੰਨਤਾ ਦੇ ਪਾਤਰ ਲੋਕ ਨਹੀਂ। ਦੁਨੀਆ ਨੂੰ ਐਵੇਂ ਭਰਮ ਭੁਲਾਵਾ ਹੀ ਹੁੰਦਾ ਹੈ ਕਿ ਜਿਨ੍ਹਾਂ ਉੱਤੇ ਉਹ ਬਹੁਤਾ ਵਰਦਾ ਹੈ ਉਹੀ ਮੌਜਾਂ ਰੰਗ ਮਾਣਦੇ ਹਨ, ਪਰ ਇਹ ਗੱਲ ਉੱਕੀ ਹੀ ਗਲਤ ਹੈ। ਸੱਚਾ ਸਾਹਿਬ ਰੂਪੀ ਰੰਗੀ ਕਦੇ ਨਹੀਂ ਭਿੱਜਦਾ, ਨਾ ਹੀ ਤੀਰਥਾਂ ਤੇ ਤਪ ਕਰਨ ਵਾਲਿਆਂ ਤੇ ਭਿੱਜਦਾ ਹੈ। ਨੰਗੇ ਹੋ ਕੇ ਤਟ ਤੀਰਥਾਂ ਤੇ ਭੌਣ ਵਾਲਿਆਂ ਤੇ ਉਹ ਨਹੀਂ ਭਿੱਜਦਾ, ਨਾ ਹੀ ਦਾਨ ਪੁੰਨ ਕੀਤਿਆਂ ਭਿੱਜਦਾ ਹੈ, ਅਤੇ ਨਾ ਹੀ ਸਿਆਲ ਰੁੱਤ ਵਿਖੇ ਬਾਹਰ ਬੈਠ ਕੇ ਪਾਲੇ ਵਿੱਚ ਸੁੰਨ ਸਿਆਂ ਪਾਲੇ ਮਰਿਆਂ ਹੀ ਉਹ ਭਿੱਜਦਾ ਹੈ। ਸੁੰਨ ਸੀਤ ਸਹਿਣ ਦੀ ਫੋਕਟ ਤਪੱਸਿਆ ਪਖੰਡ ਰੂਪ ਹੀ ਹੈ। ਨਾ ਹੀ ਜੰਗ ਵਿਖੇ ਭਿੜ ਕੇ ਮਰਨ ਨਾਲ ਅਤੇ ਇਉਂ ਸੂਰਮਾ ਸਦਾਉਣ ਨਾਲ ਹੀ ਉਹ ਭਿੱਜਦਾ ਹੈ। ਹਉਮੈ ਵਡਿਆਈ ਦੇ ਅਧੀਨ ਹੋ ਕੇ ਜੰਗ ਵਿੱਚ ਭਿੜ ਮਰਨ ਨਾਲ ਕੋਈ ਸੂਰਮਾ ਨਹੀਂ ਬਣ ਸਕਦਾ, ਨਾ ਹੀ ਅਜਿਹੀ ਸੂਰਮਤਾਈ ਰੱਬ ਨੂੰ ਰਜਾ ਸਕਦੀ ਹੈ। ਨਾ ਹੀ ਧੂੜੀਆਂ ਮਿੱਟੀਆਂ ਵਿੱਚ ਰੁਲਣ ਨਾਲ ਅਤੇ ਸਰੀਰ ਨੂੰ ਸੁਆਹ ਮੱਲਣ ਨਾਲ ਪਰਮਾਤਮਾ ਭਿੱਜਦਾ ਹੈ। ਚਾਹੇ ਕਿੰਨੀ ਵਾਰ ਤੇ ਕਿਤਨੇ ਜੁਗਾਂ ਪਰਯੰਤ ਧੂੜ ਧਮਾਉਂਦਾ ਫਿਰੇ ਕੋਈ। ਕਿਤੇ ਹੀ ਅਜਿਹੀਆਂ ਧੂੜੀਆਂ ਧਮਾਉਂਦੇ ਅਤੇ ਧੂੜੀਆਂ ਰਮਾਉਂਦੇ ਮਰ ਗਏ ਹਨ, ਪਰ ਰੱਬ ਨਾ ਉਹਨਾਂ ਤੇ ਰੀਝਿਆ। ਇਹ ਉੱਪਰ ਦਸੀਆਂ ਸਭ ਉੱਪਰਲੀਆਂ ਤੇ ਓਪਰੀਆਂ ਪਖੰਡ ਕਿਰਿਆਵਾਂ ਹਨ, ਨਿਰੀਆਂ ਕਪਟ ਕਮਾਈਆਂ ਹਨ। ਕਰਤਾਰ ਤਾਂ ਅੰਦਰਲੀ ਭਾਉ ਭਾਵਨੀ ਉੱਤੇ ਹੀ ਰੀਝਦਾ ਹੈ। ਮਨ ਦੇ ਭਾਏ ਕੀਤੇ ਕਰਮ ਹੀ ਉਸ ਨੂੰ ਪਸੰਦ ਆਉਂਦੇ ਹਨ ਅਤੇ ਲੇਖੇ ਪੈਂਦੇ ਹਨ। ਮਨ ਨੂੰ ਸੰਵਾਰਨ ਹਾਰਾ ਕਰਮ ਇੱਕੋ ਨਾਮ ਸੱਚੇ ਨਾਮ ਦਾ ਅਭਿਆਸ ਕਰਮ ਹੈ। ਬਸ ਸੱਚਾ ਸਾਹਿਬ ਵਾਹਿਗੁਰੂ ਨਿਰੰਕਾਰ ਜੇ ਭਿੱਜਦਾ ਹੈ ਤਾਂ ਸੱਚੇ ਨਾਮ ਦੀ ਕਮਾਈ ਕੀਤਿਆਂ ਹੀ ਭਿੱਜਦਾ ਹੈ। ਹੋਰ ਆਨਮਤ ਪਖੰਡ ਕਰਮ ਕਿਸੇ ਵੀ ਲੇਖੇ ਨਹੀਂ ਪੈਂਦੇ। ਅਗਲਾ ਗੁਰਵਾਕ ਵੀ ਕਿਆ ਨਿਸ਼ਾ ਕਰਦਾ ਹੈ। ਨਾਮਹੀਣ ਬਿਨਸੈ ਦੁਖ ਪਾਏ, ਤ੍ਰਿਸ਼ਨਾ ਜਲਿਆ ਭੂਖ ਨਾ ਜਾਏ, ਵਿਣ ਭਾਗਾਂ ਨਾਮ ਨਾ ਪਾਇਆ ਜਾਏ, ਬਹੁ ਬਿਧ ਥਾਕਾ ਕਰਮ ਕਮਾਏ। ਤ੍ਰੈ ਗੁਣ ਬਾਣੀ ਬੇਦ ਵਿਚਾਰ, ਬਿਖਿਆ ਮੈਲ ਬਿਖਿਆ ਵਾਪਾਰ, ਮਰ ਜਨਮੈ ਫਿਰ ਹੋਏ ਖੁਆਰ, ਗੁਰਮੁਖ ਤੁਰਿਆ ਗੁਣ ਉਰਧਾਰ। ਮਲਾਰ ਮਹਲਾ ਤੀਜਾ।
ਵਿਆਖਿਆ। ਨਾਮ ਤੋਂ ਹੀਣ ਦੁੱਖ ਹੀ ਦੁੱਖ ਵਿੱਚ ਪਚ-ਪਚ ਮਰਦੇ ਹਨ। ਉਹਨਾਂ ਨੂੰ ਸੁੱਖ ਕਦੇ ਨਹੀਂ। ਤ੍ਰਿਸ਼ਨਾ ਮਾਇਆ ਦੀ ਭੁੱਖ ਕਦੇ ਉਤਰਦੀ ਨਹੀਂ, ਨਾ ਹੀ ਭੇਖੀ ਭੁੱਖ ਜਾਂਦੀ ਹੈ। ਜਿਉਂ-ਜਿਉਂ ਤ੍ਰਿਸ਼ਨਾ ਪ੍ਰਬਲ ਹੁੰਦੀ ਜਾਂਦੀ ਹੈ, ਤਿਉਂ-ਤਿਉਂ ਤ੍ਰਿਸ਼ਨਾ ਜਲਨ ਹੋਰ ਵੱਧਦੀ ਜਾਂਦੀ ਹੈ, ਪਰ ਭੁੱਖ ਨਹੀਂ ਜਾਂਦੀ। ਨਾਮ ਬਿਨਾਂ ਇਹ ਭੁੱਖ ਕਦੇ ਨਹੀਂ ਮਿਟਦੀ, ਭਾਵੇਂ ਕਿਤਨੇ ਹੀ ਪਖੰਡ ਭੇਖ ਕੀਤੇ ਜਾਣ, ਪਰ ਭਾਗਾਂ ਬਿਨਾਂ ਨਾਮ ਨਹੀਂ ਪਾਇਆ ਜਾਂਦਾ। ਬਥੇਰੇ ਪਖੰਡ ਕਰਮ ਕਰ ਕਰ ਆਨਮਤ ਲੋਕ ਥੱਕ ਰਹੇ ਹਨ। ਉਹਨਾਂ ਨੂੰ ਪਰਮਾਰਥ ਦੀ ਸੂਝ-ਬੂਝ ਹੋਣੀ ਹੀ ਨਹੀਂ ਪਾਉਂਦੀ। ਇਹ ਸੂਝ-ਬੂਝ ਹੁੰਦੀ ਹੈ ਤਾਂ ਨਾਮ ਦੀ ਬਰਕਤ ਨਾਲ ਹੁੰਦੀ ਹੈ। ਪਾਖੰਡ ਕਰਮ ਕੀਤਿਆਂ ਨਾਮ ਦੁਰੇਡੇ ਹੀ ਰਹਿ ਜਾਂਦਾ ਹੈ। ਪਾਖੰਡ ਕਰਮ ਨਾਮ ਵੱਲ ਆਉਣ ਹੀ ਨਹੀਂ ਦਿੰਦੇ। ਵੇਦ ਬਾਣੀ ਦਾ ਕਿਤਨਾ ਹੀ ਵਿਚਾਰ ਕਰੋ, ਇਹ ਤ੍ਰੈਗੁਣ ਵਿੱਚ ਹੀ ਉਲਝਾਉਣ ਫਸਾਉਣ ਹਾਰੀ ਹੈ। ਜਿਉਂ-ਜਿਉਂ ਇਸ ਦਾ ਵਿਚਾਰ ਕਰੋਗੇ, ਤਿਉਂ-ਤਿਉਂ ਫਸਣ ਧਸਣ ਵੱਧਦੀ ਹੀ ਜਾਵੇਗੀ। ਤਿੰਨਾਂ ਗੁਣਾਂ ਦੀ ਮਾਇਆ ਦੀ ਮੈਲ ਵਾਲਾ ਵਿਚਾਰ ਹੀ ਵੇਦਾਂ ਵਿੱਚ ਥੱਪਿਆ ਪਿਆ ਹੈ। ਤਾਂ ਤੇ ਤਿੰਨਾਂ ਗੁਣਾਂ ਵਾਲੀ ਵੇਦ ਬਾਣੀ ਮੰਨਣ ਵਾਲੇ ਤੇ ਉਸ ਉੱਪਰ ਚੱਲਣ ਵਾਲੇ ਆਵਾ ਗਾਉਣ ਵਿੱਚ ਪੈ ਪੈ ਖੁਆਰ ਹੁੰਦੇ ਰਹਿੰਦੇ ਹਨ। ਗੁਰਬਾਣੀ ਨੂੰ ਮੰਨਣ ਕਮਾਉਣ ਵਾਲੇ ਗੁਰਮੁਖ ਚੌਥੀ ਅਵਸਥਾ ਤੁਰਿਆ ਪਦ ਵਿੱਚ ਜਾ ਖੇਡਦੇ ਹਨ ਅਤੇ ਤੁਰਿਆ ਪਦ ਵਾਲੇ ਗੁਣਾਂ ਨੂੰ ਹੀ ਸਦਾ ਹਿਰਦੇ ਵਿੱਚ ਧਾਰੀ ਰੱਖਦੇ ਹਨ। ਤੁਰਿਆ ਗੁਣ ਉਰਧਾਰਨ ਵਾਲਾ ਟਿਕਾਊ ਕਦੇ ਉਤਾਰੇ ਵਿੱਚ ਨਹੀਂ ਆਉਂਦਾ, ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਅਗਲੇ ਗੁਰਵਾਕ ਅੰਦਰ ਜੈਨੀਆਂ ਦੇ ਪਖੰਡ ਕਰਮ ਦੀ ਝੰਡ ਲਾਹੀ ਜਾਂਦੀ ਹੈ। ਯਥਾ ਗੁਰਵਾਕ। ਪੌੜੀ। ਇੱਕ ਜੈਨੀ ਉੱਜੜ ਪਾਏ ਧੁਰੋਂ ਖੁਆਇਆ, ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ, ਹੱਥੀਂ ਸਿਰ ਖੁਹਾਇਨ ਨਾ ਭੱਦ ਕਰਾਇਆ, ਕੁਚਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ, ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ, ਮਨ ਝੂਠੈ ਵੇ ਜਾਤ ਝੂਠਾ ਖਾਇਆ, ਬਿਨ ਸ਼ਬਦੈ ਆਚਾਰ ਨ ਕਿਨਹੀ ਪਾਇਆ, ਗੁਰਮੁਖ ਓੰਕਾਰ ਸੱਚ ਸਮਾਇਆ। ਵਾਰ ਮੱਲਾਰ ਕੀ ਮਹੱਲਾ ਪਹਿਲਾ। ਸਭ ਤੋਂ ਮੰਦ ਪੂਰਬਲੇ ਕਰਮ ਜੈਨੀਆਂ ਦੇ ਕੀਤੇ ਹੋਏ ਹਨ। ਉਹ ਤੁਰਦਰਗਾਹੋਂ ਪਹਿਲਾਂ ਤੋਂ ਹੀ ਤੱਕੇ ਹੋਏ ਹਨ। ਉਹਨਾਂ ਦੇ ਕੀਤੇ ਹੋਏ ਕਰੂਰ ਕਰਮਾਂ ਦੇ ਕਾਰਨ ਉਹ ਕੁਰਾਹੇ ਹੀ ਪਏ ਹੋਏ ਹਨ। ਉਹਨਾਂ ਦੇ ਕਰਮਾਂ ਦੇ ਕਾਰਨ ਉਹ ਕੁਰਾਹੇ ਹੀ ਪਏ ਰਹਿੰਦੇ ਹਨ ਅਤੇ ਕੁਰਾਹੇ ਹੀ ਪਏ ਰਹਿਣਗੇ। ਉਹਨਾਂ ਦੇ ਪਖੰਡ ਕਰਮ ਕਦੇ ਵੀ ਉਹਨਾਂ ਦੀ ਕਲਿਆਣ ਨਹੀਂ ਹੋਣ ਦੇਣਗੇ। ਉਹਨਾਂ ਦੀ ਮੰਦ ਕਰਮੀ ਐਸੀ ਹੈ ਕਿ ਉਹਨਾਂ ਦੇ ਮੂੰਹੋਂ ਕਿਰਤਮ ਨਾਮ ਵੀ ਕਦੇ ਸੁਪਨੇ ਵਿੱਚ ਵੀ ਨਹੀਂ ਨਿਕਲਦਾ। ਉਹਨਾਂ ਦੀ ਕਿਸਮਤ ਵਿੱਚ ਆਨਮਤ ਤੀਰਥਾਂ ਦਾ ਨਹਾਉਣਾ ਵੀ ਨਹੀਂ ਲਿਖਿਆ। ਉਹ ਨਹਾਉਂਦੇ ਧੋਂਦੇ ਤਾਂ ਉੱਕੇ ਹੀ ਨਹੀਂ, ਸਦਾ ਮੈਲੇ ਕੁਚੈਲੇ ਬਿਖ ਕੁਚੀਲਤਾ ਵਿੱਚ ਲਿਪੇ ਹੀ ਰਹਿੰਦੇ ਹਨ। ਆਪਣੇ ਹੱਥਾਂ ਨਾਲ ਹੀ ਚੁੰਡੀਆਂ ਭਰ ਭਰ ਕੇ ਸਾਰੇ ਸਿਰ ਦੇ ਵਾਲ ਇੱਕ ਇੱਕ ਕਰਕੇ ਪੁੱਟ ਸੁੱਟਦੇ ਹਨ। ਜੜੋਂ ਹੀ ਵਾਲਾਂ ਨੂੰ ਖੋਹ ਕੇ ਘੋਣ ਮੋਨ ਰੜੇ ਪਟਕ ਗੰਜ ਕੱਢ ਲੈਂਦੇ ਹਨ। ਆਮ ਹਿੰਦੂਆਂ ਮੋਨਿਆਂ ਵਾਂਗੂ ਭਜਨ ਨਹੀਂ ਕਰਾਉਂਦੇ, ਸਿਰ ਨਹੀਂ ਮਨਵਾਉਂਦੇ, ਦਿਨ ਰਾਤ ਮੈਲੇ ਗੰਦੇ ਹੀ ਰਹਿੰਦੇ ਹਨ। ਉਹਨਾਂ ਦਾ ਤਨ ਸਰੀਰ ਬਦਨ ਵੀ ਮੈਲਾ ਤੇ ਮਨ ਵੀ ਸਦਾ ਮੈਲਾ ਰਹਿੰਦਾ ਹੈ। ਮਨ ਦੀ ਮੈਲ ਕੱਟਣ ਹਾਰਾ ਗੁਰੂ ਦਾ ਸ਼ਬਦ ਹੈ, ਸੋ ਉਹਨਾਂ ਨੂੰ ਪਾਉਂਦਾ ਨਹੀਂ। ਗੁਰੂ ਦਾ ਸ਼ਬਦ ਤਾਂ ਕੀ ਪਾਉਣਾ ਸੀ, ਉਹਨਾਂ ਨੂੰ ਕਿਰਤਮ ਨਾਮ ਦੀ ਸਿੱਖਿਆ ਵੀ ਨਹੀਂ ਪਾਉਂਦੀ। ਨਾ ਉਹਨਾਂ ਦੀ ਕੋਈ ਜਾਤ ਹੈ, ਨਾ ਪਾਤ ਹੈ, ਨਾ ਕੋਈ ਕਰਮ ਹੀ ਉਹਨਾਂ ਦਾ ਐਸਾ ਹੈ ਜੋ ਉਹਨਾਂ ਦੀ ਸਦਗਤੀ ਕਰ ਸਕੇ। ਬਸ ਮਨੁੱਖਾ ਜਨਮ ਗਵਾ ਕੇ ਹੀ ਚਲੇ ਜਾਂਦੇ ਹਨ। ਨਰਕ ਘੋਰ ਭਰਮ ਕੇ ਫੇਰ 84 ਦੇ ਗੇੜ ਵਿੱਚ ਜਾ ਪੈਂਦੇ ਹਨ। ਤਿਨਾਂ ਦਾ ਮਨ ਵੀ ਝੂਠਾ ਹੁੰਦਾ ਹੈ ਅਤੇ ਮੁਖ ਵੀ ਝੂਠਾ, ਸਦਾ ਝੂਠਾ ਹੀ ਖਾਂਦੇ ਹਨ। ਇਹ ਜੈਨੀ ਧਰਮ ਵੀ ਧਰਮਾਂ ਵਿੱਚੋਂ ਕੋਈ ਧਰਮ ਹੈ? ਨਾ ਇਹਨਾਂ ਦਾ ਕਰਮ ਨਾ ਧਰਮ। ਇਹਨਾਂ ਜੈਨ ਕਰਮੀਆਂ ਜੈਨ ਧਰਮੀਆਂ ਦੀ ਜੁਗਾਂ ਪਰਯੰਤ ਵੀ ਕਦੇ ਸਦਗਤੀ ਨਹੀਂ ਹੋਣੀ। ਇਹਨਾਂ ਦੇ ਆਚਾਰ ਵੀ ਸਦਾ ਮੈਲੇ ਹੀ ਰਹਿੰਦੇ ਹਨ, ਰਹਿਣੀ ਬਹਿਣੀ ਵੀ ਮੈਲੀ। ਸੱਚਾ ਸੁੱਚਾ ਆਚਾਰ ਅਤੇ ਸੱਚੀ ਸੁੱਚੀ ਰਹਿਣੀ ਬਹਿਣੀ ਬਿਨਾਂ ਗੁਰਮਤ ਗੁਰ ਸ਼ਬਦ ਦੀਖਿਆ ਲਏ ਦੇ ਕਦੇ ਵੀ ਪ੍ਰਾਪਤ ਨਹੀਂ ਹੁੰਦੀ, ਕਿਸੇ ਨੂੰ ਵੀ ਨਹੀਂ ਮਿਲਦੀ। ਖਾਸ ਕਰ ਇਹਨਾਂ ਕੁਚਲ ਕੁਚੀਲ ਜੈਨੀਆਂ ਨੂੰ ਤਾਂ ਉੱਕੀ ਹੋਣੀ ਹੀ ਨਹੀਂ। ਗੁਰ ਸ਼ਬਦ ਦੇ ਪ੍ਰਤਾਪ ਕਰ ਇਹ ਗੁਰਮੁਖ ਜਨ ਹੀ ਹਨ ਜੋ ਵਾਹਿਗੁਰੂ ਨਿਰੰਕਾਰ ਦੇ ਓੰਕਾਰ ਰੂਪੀ ਸੱਚੇ ਸਰੂਪ ਵਿੱਚ ਸਮਾ ਜਾਂਦੇ ਹਨ ਅਤੇ ਇਉਂ ਸੱਚੇ ਵਾਹਿਗੁਰੂ ਵਿੱਚ ਸਮਾਏ ਕੇ ਨਿਰੰਕਾਰ ਵਿੱਚ ਅਭੇਦ ਹੋ ਜਾਂਦੇ ਹਨ। ਗੁਰੂ ਦੇ ਸ਼ਬਦ ਦੇ ਪ੍ਰਤਾਪ ਨਾਲ ਗੁਰਮਤ ਅਨੁਸਾਰ ਆਪਣਾ ਆਚਾਰ ਕਰਮ ਰਵੱਈਆ ਢਾਲਣ ਵਾਲੇ ਅਤੇ ਗੁਰਬਚਨ ਪਾਲਣ ਵਾਲੇ ਗੁਰਮਤ ਕਰਮੀ ਲੋਕ ਪਰਲੋਕ ਵਿਖੇ ਸੁਖੀ ਅਤੇ ਸੁਹੇਲੇ ਹੁੰਦੇ ਹਨ ਅਤੇ ਦੂਜੇ ਭਾਵ ਦੇ ਕਰਮ ਕਰਨ ਵਾਲੇ ਸਦਾ ਖੁਆਰ ਹੁੰਦੇ ਹਨ।
ਪ੍ਰੇਮ ਤੋਂ ਬਿਨਾਂ ਨਿਰੇ ਫੋਕੇ ਹੱਠ ਨਾਲ ਕੀਤੇ ਕਰਮ ਰਾਗ ਨਾਦ ਬਰਤ ਆਦਿ ਤ੍ਰਿਸ਼ਨਾ ਹੀ ਵਧਾਉਂਦੇ ਹਨ। ਸੱਚੀ ਸ਼ਾਂਤੀ ਵਾਲਾ ਸੰਤੋਖ ਕੇਵਲ ਗੁਰਮਤਿ ਨਾਮ ਤੋਂ ਹੀ ਮਿਲ ਸਕਦਾ ਹੈ। ਐਸਾ ਨਿਖਾਰ ਅਗਲੇ ਗੁਰਪ੍ਰਮਾਣ ਅੰਦਰ ਨਿਖਾਰਿਆ ਗਿਆ ਹੈ। ਇਸ ਵਿੱਚ ਹੱਠ ਧਰਮੀਆਂ ਅਤੇ ਹੱਠ ਕਰਮੀਆਂ ਦੀ ਖੂਬ ਬਣਾ ਕੇ ਗੱਤ ਕੀਤੀ ਗਈ ਹੈ। ਯਥਾ ਗੁਰਵਾਕ ਪੌੜੀ ਸੱਚਾ ਅਲਖ ਅਭਿਓ ਹਠ ਨ ਭਤੀਜਈ, ਇੱਕ ਗਾਵੇਂ ਰਾਗ ਭਰੀਆਂ ਰਾਗ ਨਾ ਭੀਜਈ, ਇੱਕ ਨਚ ਨਚ ਪੂਰੈ ਤਾਲ ਭਗਤ ਨਾ ਕੀਜਈ, ਇੱਕ ਅੰਨ ਨਾ ਖਾਹੈ ਮੂਰਖ ਤਿਨਾ ਕਿਆ ਕੀਜਈ, ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਧੀਜਈ, ਕਰਮ ਬੱਧੈ ਕਹਿ ਲੋ ਖੱਪ ਮਰੀ ਜਈ, ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਈ, ਹਰ ਭਗਤੀ ਅਸਨੇਹ ਗੁਰਮੁਖ ਕੀਜਈ। ਵਾਰ ਮੱਲਾਰ ਕੀ ਮਹੱਲਾ ਪਹਿਲਾ। ਵਿਆਖਿਆ। ਜੋ ਵਾਹਿਗੁਰੂ ਅਲੱਖ ਹੈ, ਕਿਸੇ ਤੋਂ ਲਖਿਆ ਨਹੀਂ ਜਾਂਦਾ, ਜਿਸ ਦਾ ਭੇਦ ਕਿਸੇ ਤੋਂ ਪਾਇਆ ਨਹੀਂ ਜਾਂਦਾ, ਐਸਾ ਅਲੱਖ ਅਭਿਓ ਸੱਚਾ ਸਾਹਿਬ ਵਾਹਿਗੁਰੂ ਨਿਰੰਕਾਰ ਭਲਾ ਨਿਰੇ ਹੱਠ ਕਰਮਾਂ ਨਾਲ ਕਿਵੇਂ ਭਤੀਜ ਕਿਵੇਂ ਰਾਜ਼ੀ ਹੋ ਸਕਦਾ ਹੈ। ਭਤੀਜਦਾ ਹੈ ਤਾਂ ਪ੍ਰੇਮ ਨਾਲ ਕੀਤੇ ਸਿਫਤ ਸਲਾਹੀ ਸੱਚੇ ਕਰਮ ਨਾਮ ਅਭਿਆਸ ਕਮਾਈ ਦੁਆਰਾ ਹੀ ਭਤੀਜਦਾ ਹੈ। ਪ੍ਰੇਮ ਨਾਲ ਗਾਈ ਕੀਰਤਨਾਈ ਬਾਣੀ ਦੁਆਰਾ ਜੋ ਗੁਰਮੁਖ ਗਾਉਂਦੇ ਹਨ, ਉਹ ਸੱਚਾ ਸਾਹਿਬ ਵੱਧ ਤੋਂ ਵੱਧ ਅਤੇ ਛੇਤੀ ਤੋਂ ਛੇਤੀ ਭਤੀਜਦਾ ਰੀਝਦਾ ਹੈ। ਹੋਰ ਕੱਚੀ ਬਾਣੀ ਦੀਆਂ ਰਾਗਣੀਆਂ ਭਾਵੇਂ ਅਨੇਕ ਤਰੰਗੀ ਰਾਗਾਂ ਨਾਲ ਇੰਦਰ ਅਖਾੜੇ ਦੀਆਂ ਪਰੀਆਂ ਵੀ ਜ਼ੋਰ ਲਾ ਲਾ ਕੇ ਗਾਵਨ, ਇਹਨਾਂ ਰਾਗਾਂ ਨਾਲ ਵਾਹਿਗੁਰੂ ਕਦੇ ਨਹੀਂ ਭਤੀਜਦਾ, ਕਿਉਂਕਿ ਇਹ ਰਾਗ ਮਨ ਉਕਤ ਕੱਚ ਪਿੱਛੇ ਗੀਤਾਂ ਵਾਲੇ ਹੁੰਦੇ ਹਨ। ਇਹਨਾਂ ਵਿੱਚ ਪ੍ਰੇਮ ਦੀ ਅੰਸ਼ ਨਹੀਂ ਹੁੰਦੀ, ਨਾ ਹੀ ਰੱਬ ਨਾਲ ਜੋੜਨ ਵਾਲੀ ਰੱਬੀ ਖਿੱਚ ਮਨਹਠੀ ਰਾਗਾਂ ਵਿੱਚ ਹੁੰਦੀ ਹੈ। ਇਹ ਰਾਗ ਤਾਂ ਮਨ ਦੀ ਚੰਚਲਤਾ ਨੂੰ ਹੀ ਵਧਾਉਂਦੇ ਹਨ। ਚੰਚਲਤਾ ਕਰ ਉਚਾਰੇ ਹੋਏ ਹੱਠ ਗੀਤਾਰੇ ਰਾਗ ਹੀ ਹੁੰਦੇ ਹਨ। ਇਹਨਾਂ ਰਾਗਾਂ ਦੇ ਗਾਉਣ ਸੁਣਨ ਕਰ ਸਗੋਂ ਬਿਰਤੀਆਂ ਗਾਉਣ ਸੁਣਨ ਹਾਰਿਆਂ ਦੀਆਂ ਹੋਰ ਉਚਾਟ ਅਤੇ ਚੰਚਲ ਹੁੰਦੀਆਂ ਹਨ। ਵਾਹਿਗੁਰੂ ਅਤੇ ਵਾਹਿਗੁਰੂ ਦੇ ਪ੍ਰੇਮ ਤੋਂ ਬੇਮੁਖ ਕਰਾਉਂਦੀਆਂ ਹਨ। ਅੱਜ ਕੱਲ੍ਹ ਦੇ ਰਾਗ ਰੀਤੀ ਅਖਾੜਿਆਂ ਵਿੱਚ ਇਹੀ ਕੱਚ ਰਾਗ ਦਾ ਧੰਦ ਪਿੱਟਿਆ ਜਾਂਦਾ ਹੈ। ਸਾਰੀ ਦੁਨੀਆ ਇਹਨਾਂ ਰਾਗਾਂ ਨੇ ਪੱਟ ਕੇ ਵਗਾ ਦਿੱਤੀ ਹੈ, ਕੁਸੰਗ ਦੇ ਨਰਕ ਘੋਰ ਵਿੱਚ ਪਾ ਛੱਡੀ ਹੈ। ਪਰਿਵਾਰਾਂ ਦੇ ਪਰਿਵਾਰ ਇਸ ਰਾਗ ਦੇ ਚਸਕੇ ਵਿੱਚ ਰੁੜੇ ਹੋਏ ਰਸਾਤਲ ਨੂੰ ਚਲੇ ਜਾ ਰਹੇ ਹਨ, ਪਰ ਬਾਜ਼ ਨਹੀਂ ਆਉਂਦੇ। ਇਹਨਾਂ ਨੂੰ ਦੇਖ ਦੇਖ ਬਿਮਾਰੀ ਹੋਰ ਵੀ ਦਿਨੋਂ ਦਿਨ ਵਧੀ ਤੁਰੀ ਜਾਂਦੀ ਹੈ। ਕੋਈ ਠੱਲ ਨਹੀਂ, ਕੋਈ ਬਚਾਓ ਨਹੀਂ, ਰੁੜਾਓ ਹੀ ਰੁੜਾਓ ਹੈ। ਚਟਪਟੇ ਰਾਗਾਂ ਦੇ ਕੁਚਸਕੇ ਨੇ ਜੋ ਅੱਜ ਕੱਲ੍ਹ ਦੇ ਸਿਨੇਮਿਆਂ ਤੇ ਥੀਏਟਰਾਂ ਵਿੱਚ ਗਾਏ ਸੁਣੇ ਜਾਂਦੇ ਹਨ, ਦੁਨੀਆ ਦੀ ਹਰ ਇੱਕ ਕੌਮ ਦੀ ਯੁਵਕ ਪਨੀਰੀ ਨੂੰ ਖੁਆਰ ਅਤੇ ਪਾਗਲ ਕਰ ਛੱਡਿਆ ਹੈ। ਨੌਜਵਾਨਾਂ ਦੇ ਅਚਾਰ ਗੰਦੇ ਕੀਤੇ ਹਨ ਇਹਨਾਂ ਸਿਨੇਮਿਆਂ ਥੀਏਟਰੀਕਲ ਰਾਗਾਂ ਨੇ। ਗਰੀਬ ਤੋਂ ਗਰੀਬ ਮਾਇਆ ਕਰਕੇ ਕੰਗਾਲ ਤੋਂ ਕੰਗਾਲ ਤਬਕੇ ਦੇ ਬੁੱਢੇ ਬਾਲ ਅਤੇ ਜਵਾਨ ਇਸਤਰੀ ਮਰਦ ਪਰਿਵਾਰਾਂ ਦੇ ਪਰਿਵਾਰ ਉਜਾੜ ਕੇ ਫਨਾਹ ਕਰ ਦਿੱਤੇ ਹਨ। ਫੀ ਜ਼ਮਾਨੇ ਵਿੱਚ ਜੋ ਆਚਾਰਹੀਨਤਾ ਤੇ ਨਿਰਧਨਤਾ ਅਤੇ ਹੋਰ ਹਰ ਪ੍ਰਕਾਰ ਦੀ ਕੁਚਲ ਕੁਚੀਲਤਾ ਸਾਰੀ ਦੁਨੀਆ ਵਿੱਚ ਵਰਤ ਰਹੀ ਹੈ, ਸੋ ਇਸ ਨਵੇਂ ਫੈਸ਼ਨੀ ਰਾਗ ਦੀ ਪਟਮੇਲੀ ਕਰਕੇ ਹੀ ਵਰਤ ਰਹੀ ਹੈ, ਜਿੱਥੋਂ ਉਭਰਨਾ ਰੁੜੀ ਜਾਂਦੀ ਜਨਤਾ ਲਈ ਅਤਿਅੰਤ ਹੀ ਕਠਨ ਹੋ ਗਿਆ ਹੈ। ਇਸ ਰਾਗ ਦੀ ਪਟਮੇਲੀ ਨੇ ਇਨਸਾਨ ਮਾਤਰ ਨੂੰ ਹੈਵਾਨ ਬਣਾ ਛੱਡਿਆ ਹੈ ਅਤੇ ਸਦ ਸਦੀਵੀ ਪਸ਼ੇਮਾਨਤਾ ਦੀ ਗਹਿਰ ਵਿੱਚ ਪਾ ਛੱਡਿਆ ਹੈ। ਸਭਸ ਦਾ ਬੰਦੇ ਬਸ਼ਰ ਮਾਤਰ ਦਾ ਸਵਾਰਥ ਪਰਮਾਰਥ ਖਾਨ ਪਾਨ ਧਨ ਧਾਮ ਸਭ ਕੁਝ ਵਿਗਾੜ ਛੱਡਿਆ ਹੈ। ਗੰਦੇ ਮੰਦੇ ਇਸ਼ਕੀਆ ਰਾਗਾਂ ਦੀਆਂ ਟੇਢੀਆਂ ਰੀਤਾਂ ਨੇ ਇਨਸਾਨੀ ਦਿਲੋਂ ਦਿਮਾਗ ਨੂੰ ਗੰਦਾ ਪ੍ਰਾਗੰਦਾ ਕਰ ਦਿੱਤਾ ਹੋਇਆ ਹੈ। ਇਹਨਾਂ ਰਾਗਾਂ ਨਾਲ ਛਿਨ ਭੰਗਰੀ ਕੁਚਸਕਤਾ ਭਰੀ ਖੀਨ ਖਰਾਬੜੀ ਖੁਮਾਰੀ ਕੁਪੁੱਠੜੇ ਦਿਮਾਗਾਂ ਤੇ ਦਿਲਾਂ ਨੂੰ ਚੜ ਜਾਂਦੀ ਹੈ, ਪਰ ਛਿਨ ਮਾਤਰ ਵਿੱਚ ਉਤਰ ਜਾਂਦੀ ਹੈ। ਅਸਲ ਅਹਿਲਾਦ ਸਦੀਵੀ ਖੁਸ਼ੀ ਵਾਲਾ ਅਹਿਲਾਦ ਇਹਨਾਂ ਕੱਚ ਪਿੱਛੇ ਰਾਗਾਂ ਦੁਆਰਾ ਕਦਾਚਿਤ ਹਾਸਲ ਨਹੀਂ ਹੋ ਸਕਦਾ। ਪਰਮਾਰਥ ਵੱਲ ਰੁਚੀ ਹੀ ਨਹੀਂ ਦੌੜ ਸਕਦੀ। ਇਹ ਰਾਗ ਪਰਮਾਤਮ ਪ੍ਰਾਪਤੀ ਦੇ ਪਰਮਾਰਥੀ ਪਾਸੇ ਵੱਲੋਂ ਸਗੋਂ ਬੇਮੁਖਤਾਈ ਕਰਾਉਣ ਦਾ ਕਾਰਨ ਬਣਦੇ ਹਨ। ਪਰਮਾਤਮਾ ਕਦੇ ਭਿੱਜਦਾ ਪਰ ਸਿਜਦਾ ਹੈ ਇਹਨਾਂ ਰਾਗ ਰਾਗਨੀਆਂ ਦੁਆਰਾ, ਕਦੇ ਨਹੀਂ ਭਤੀਜਦਾ। ਗੁਰਬਾਣੀ ਗਾਉਣ ਦੇ ਪਰਮਾਰਥੀ ਵੇਗ ਵਿੱਚ ਹੀ ਸਾਡੇ ਚੁਟਕੀਲੇ ਫੁਟਕੀਲੇ ਰਾਗੀਆਂ ਨੇ ਸਿਨੇਮਿਆਂ ਥੀਏਟਰਾਂ ਦੀਆਂ ਤਰਜ਼ਾਂ ਲਿਆਏ ਘਸੋੜੀਆਂ ਹਨ, ਜੋ ਗਾਵਣ ਸੁਣਨ ਹਾਰਿਆਂ ਦੀਆਂ ਮਾਨਸਿਕ ਤ੍ਰਿਸ਼ਨਾਵਾਂ ਹੀ ਵਧਾਉਂਦੀਆਂ ਹਨ। ਸਾਰੇ ਚਟਪਟੀਲੇ ਰਾਗੀ ਚਟਪਟੀਲੇ ਰਾਗਾਂ ਦੀਆਂ ਤਰਜ਼ਾਂ ਦੇ ਕੁੱਠੇ ਹੋਏ ਤੇ ਉਹਨਾਂ ਦੇ ਸਰੋਤੇ ਨਿਰੀਆਂ ਰਾਗਾਂ ਦੀਆਂ ਚਟਪਟੀਲੀਆਂ ਦੇ ਹੀ ਮੁੱਠੇ ਹੋਏ ਹਨ। ਗੁਰ ਸ਼ਬਦ ਦੇ ਭਾਵ ਵੱਲ
ਕਿਸੇ ਦਾ ਧਿਆਨ ਹੀ ਨਹੀਂ ਜਾਂਦਾ, ਕਿਸੇ ਦੀ ਸੁਰਤੀ ਹੀ ਨਹੀਂ ਜੁੜਦੀ। ਪਰਮਾਤਮਾ ਨਾਲ ਲਿਵ ਜੋੜਨ ਦਾ ਸਭ ਤੋਂ ਵਧੇਕ ਵਸੀਲਾ ਗੁਰਮਤ ਅਨੁਸਾਰ ਗੁਰੂ ਘਰ ਅੰਦਰ ਇੱਕ ਕੀਰਤਨ ਰਸ ਤਰੰਗ ਹੀ ਸੀ, ਸੋ ਉਸ ਦਾ ਅਭਾਵ ਹੋ ਰਿਹਾ ਹੈ। ਸੋ ਇਹਨਾਂ ਕੁਰਾਗਾਂ ਕੁਰੰਗਾਂ ਦੇ ਕੁਚਸਕੇ ਦੁਆਰਾ ਹੋ ਰਿਹਾ ਹੈ। ਨਾਨਾ ਪ੍ਰਕਾਰ ਦੇ ਸੁਆਂਗ ਬਣਾ ਕੇ ਜੋ ਅੱਜਕੱਲ ਸਿਨੇਮਿਆਂ ਥੀਏਟਰਾਂ ਵਿੱਚ ਨਾਚ ਰੰਗ ਹੁੰਦੇ ਹਨ ਅਤੇ ਤਾਲ ਪੂਰੇ ਜਾਂਦੇ ਹਨ, ਇਹ ਸਭ ਨੌਜਵਾਨਾਂ ਨੂੰ ਕੀ ਹਰ ਪ੍ਰਾਣੀ ਮਾਤਰ ਨੂੰ ਰਸਾਤਲ ਵਿੱਚ ਡੁਬੋਣ ਦਾ ਸੌਦਾ ਹੈ। ਪਰਮਾਰਥ ਵੱਲ ਤਾਂ ਕਿਸੇ ਨੇ ਕੀ ਮੁੜਨਾ ਸੀ, ਬਸ ਰੁੜਨ ਹੀ ਰੁੜਨ ਹੈ। ਗੁਰਮਤ ਇਸ਼ਕ ਹਕੀਕੜੇ ਉੱਚ ਪਰਮਾਰਥੀ ਗੁਰਬਾਣੀ ਕੀਰਤਨ ਦੇ ਰਸੀੜੇ ਗੁਰਮੁਖ ਜਨਾਂ ਨੂੰ ਇਹ ਕੱਚ ਪਿੱਛੇ ਰਾਗ ਹਰਗਿਜ਼ ਨਹੀਂ ਭਾਉਂਦੇ, ਤਾਂ ਗੁਰੂ ਕਰਤਾਰ ਨੂੰ ਕਦੋਂ ਭਾ ਸਕਦੇ ਹਨ? ਉਹ ਪੁਰਖ ਅਗੰਮੜਾ ਕਦੋਂ ਪਤੀਜ ਸਕਦਾ ਹੈ ਇਹਨਾਂ ਰਾਗ ਰੰਗ ਅਖਾੜੇ ਵਾਲੀਆਂ ਰੀਝਾਂ ਤੇ? ਬੜੇ ਹਨੇਰ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਕੱਚ ਪਿੱਛੇ ਰਾਗਾਂ ਦੇ ਕੱਚ ਦੇ ਢੇਰ ਵਿੱਚ ਕੰਚਨ ਨੂੰ ਰੁਲਾਇਆ ਜਾ ਰਿਹਾ ਹੈ। ਕੱਚੋਂ ਕੰਚਨ ਕਰਨਹਾਰੀ ਪਾਰਸ ਰੂਪੀ ਗੁਰਬਾਣੀ ਦੇ ਕੀਰਤਨ ਨੂੰ ਆਨਮਤੀਆਂ ਦੀ ਰੀਸੇ ਕੁਰੀਸੇ ਗੰਦੇ ਰਾਗਾਂ ਦੇ ਨਾਲ ਹੀ ਰੇਡੀਓ ਉੱਤੇ ਬ੍ਰੌਡਕਾਸਟ ਕਰਕੇ ਗਾਇਆ ਜਾ ਰਿਹਾ ਹੈ। ਜਿਸ ਰੇਡੀਓ ਉੱਤੇ ਗੰਦੇ ਰਾਗ ਬ੍ਰੌਡਕਾਸਟ ਕੀਤੇ ਜਾਂਦੇ ਹਨ, ਉਸੇ ਰੇਡੀਓ ਸੈੱਟ ਉੱਤੇ ਲੋਭ ਲਾਲਚੀ ਸਿੱਖ ਰਾਗੀ ਗੁਰ ਸ਼ਬਦ ਦੇ ਕੀਰਤਨ ਨੂੰ ਬ੍ਰੌਡਕਾਸਟ ਕਰਕੇ ਵੇਚ ਰਹੇ ਹਨ। ਬੜੀ ਹੀ ਸ਼ਰਮ ਵਾਲੀ ਗੱਲ ਹੈ ਕਿ ਇਹ ਗੁਰਬਾਣੀ ਦਾ ਪ੍ਰਚਾਰ ਹੈ ਕਿ ਪ੍ਰਹਾਰ? ਇਸ ਨੂੰ ਇੱਕਦਮ ਰੋਕਿਆ ਜਾਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜੋਤ ਅਵਤਾਰਾਂ ਸਮੇਂ ਉਪਰੋਕਤ ਰਵਸ਼ ਕੇਵਲ ਆਨਮਤੀਆਂ ਅੰਦਰ ਹੀ ਸੀ। ਗੁਰਸਿੱਖਾਂ ਨੂੰ ਇਸ ਕੁਚਸਕੇ ਤੋਂ ਬਿਵਰਜਿਤ ਕਰਨ ਲਈ ਹੀ ਸੱਚੇ ਪਾਤਸ਼ਾਹ ਨੇ ਪਾਖੰਡ ਰਾਗ ਦੇ ਗਾਵਣ ਦੀ ਨਿਖੇਧੀ ਕੀਤੀ ਹੈ ਅਤੇ ਦੱਸਿਆ ਹੈ, ਇੱਕ ਗਾਵੇਂ ਰਾਗ ਪਰੀਆਂ ਰਾਗ ਨਾ ਭੀਜਈ, ਇੱਕ ਨਚ ਨਚ ਪੂਰੈ ਤਾਲ ਭਗਤ ਨਾ ਕੀਜਈ। ਇਸ ਗੁਰਵਾਕ ਦੁਪੰਗਤੀ ਦੁਆਰਾ ਨਾ ਸਿਰਫ ਕੱਚੇ ਪਿੱਚੇ ਰਾਗਾਂ ਦੀ ਹੀ ਨਿਖੇਧੀ ਕੀਤੀ ਗਈ ਹੈ, ਬਲਕਿ ਤਾਲਪੂਰਨੇ ਨਾਦਾਂ ਨੂੰ ਵੀ ਨਿਖੇਧਿਆ ਗਿਆ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਇਸ ਤਰ੍ਹਾਂ ਨੱਚਣ ਟੱਪਣ ਨਾਲ ਭਗਤੀ ਨਹੀਂ ਹੁੰਦੀ, ਜੈਸਾ ਕਿ ਭਗਤੀਏ ਫਿਰਕੇ ਦੇ ਭਗਤੀਆਂ ਨੂੰ ਭਗਤ ਪਾਉਣ ਰਾਸ ਪਾਉਣ ਦਾ ਮਾਣ ਸੀ। ਇੱਕ ਐਸੇ ਡਿੰਬਧਾਰੀ ਮੂਰਖ ਪਖੰਡੀ ਵੀ ਹਨ ਜੋ ਅੰਨ ਨਹੀਂ ਖਾਂਦੇ, ਤਿਨਾਂ ਦਾ ਕੁਝ ਵੀ ਨਹੀਂ ਬਣ ਸਕਦਾ। ਤਿਨਾਂ ਦੀ ਅਕਲ ਨੂੰ ਕੀ ਕਹੀਏ, ਉਹਨਾਂ ਦੇ ਉਭਰਨ ਦਾ ਚਾਰਾ ਕੁਝ ਹੋ ਹੀ ਨਹੀਂ ਸਕਦਾ। ਇੱਕ ਅੰਨ ਨਾ ਖਾਹੇ ਮੂਰਖ, ਤਿਨਾਂ ਕਿਆ ਕੀਜਈ। ਐਸੇ ਲੋਕ ਅੰਨ ਛੱਡ ਕੇ ਕੇਵਲ ਪਖੰਡ ਕਰਦੇ ਹਨ ਅਤੇ ਲੋਕਾਂ ਤੋਂ ਟਕੇ ਬਟੋਰਦੇ ਹਨ। ਦਰਅਸਲ ਇਹ ਪਖੰਡ ਕਰਦੇ ਹਨ ਰੱਬ ਰਿਝਾਉਣ ਲਈ ਨਹੀਂ। ਰੱਬ ਐਸੇ ਪਖੰਡ ਕਰਮੀਆਂ ਤੇ ਰੀਝਦਾ ਹੀ ਨਹੀਂ, ਨਾ ਹੀ ਅਜਿਹੇ ਪਖੰਡ ਕਰਮਾਂ ਤੇ ਪਤੀਜਦਾ ਹੈ। ਅਣਭੋਲ ਲੋਕ ਪਤੀਜ ਜਾਂਦੇ ਹਨ, ਤਿਨਾਂ ਨੂੰ ਹੀ ਪਤਿਆਉਣ ਖਾਤਰ ਅਜਿਹੇ ਡਿੰਬ ਰਚੇ ਜਾਂਦੇ ਹਨ। ਜਿਸ ਮਾਇਆ ਦੀ ਤ੍ਰਿਸ਼ਨਾ ਲਈ ਅਜਿਹੇ ਡਿੰਬ ਰਚੇ ਜਾਂਦੇ ਹਨ, ਤਿਨਾਂ ਕਰਕੇ ਤ੍ਰਿਸ਼ਨਾ ਉਹਨਾਂ ਦੀ ਫੇਰ ਵੀ ਨਹੀਂ ਮਿਟਦੀ, ਸਗੋਂ ਹੋਰ ਵਧੇਰੀ ਵੱਧ ਜਾਂਦੀ ਹੈ। ਧੀਰਜ ਸਬਰ ਸ਼ਾਂਤੀ ਕਦੇ ਅਤੇ ਕਿਵੇਂ ਵੀ ਨਹੀਂ ਆਉਂਦੀ। ਅਜਿਹੇ ਆਨਮਤ ਪਖੰਡ ਕਰਮ ਪਖੰਡੀਆਂ ਦੇ ਵੱਧਦੇ ਹੀ ਜਾਂਦੇ ਹਨ ਅਤੇ ਅਜਿਹੇ ਕਰਮ ਕਰ ਕਰ ਲੋਆਂ ਦੇ ਲੋ ਖੱਪ ਖੱਪ ਮਰੀ ਜਾਂਦੇ ਹਨ। ਇਹਨਾਂ ਉੱਪਰ ਵਿਦਤਾਏ ਆਨਮਤ ਪਖੰਡ ਕਰਮਾਂ ਦੇ ਕਰਨ ਦਾ ਕੁਝ ਵੀ ਲਾਭ ਨਹੀਂ। ਲਾਭ ਲਾਹਾ ਹੈ ਤਾਂ ਇੱਕੋ ਗੁਰਮਤ ਸਿਫਤ ਸਲਾਹ ਰੂਪੀ ਕਰਮ ਕਰਨ ਵਿੱਚ ਹੈ। ਇਸ ਸਿਫਤ ਸਲਾਹੀ ਨਾਮ ਅਭਿਆਸ ਦੇ ਸੱਚੇ ਲਾਹੇ ਨਾਲ ਹੀ ਸਾਰੇ ਸੰਸਾਰ ਦਾ ਉਧਾਰ ਹੋ ਸਕਦਾ ਹੈ। ਹੋਰ ਆਨਮਤ ਕਰਮ ਸਭ ਵਿਖ ਰੂਪ ਹਨ। ਇਹੀ ਇੱਕੋ ਸਚੜਾ ਕਰਮ ਨਾਮ ਸਿਫਤ ਸਲਾਹ ਦਾ ਲਾਹਾ ਹੀ ਅੰਮ੍ਰਿਤ ਰੂਪ ਹੈ। ਜਿਸ ਕਿਸੇ ਨੇ ਵੀ ਸੰਸਾਰ ਵਿਖੇ ਨਾਮ ਦਾ ਲਾਹਾ ਲੈਣਾ ਹੋਵੇ, ਸੋ ਗੁਰੂ ਘਰ ਵਿਖੇ ਆ ਕੇ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕੇ ਅਤੇ ਸੱਚੀ ਗੁਰ ਦੀਖਿਆ ਨਾਮ ਦੀ ਲਵੇ। ਇਉਂ ਪ੍ਰੇਮ ਕਮਾਈਆਂ ਕਰ ਕਰ ਵਾਹਿਗੁਰੂ ਦੀ ਭਗਤੀ ਦੇ ਸ਼ਰਧਾ ਪੂਰਤ ਸੱਚੇ ਅਸਨੇ ਵਿਖੇ ਘੁਲ ਮਿਲ ਕਿਛ ਹੋ ਜਾਵੇ। ਇਹੀ ਗੁਰਮੁਖ ਜਨਾਂ ਦੀ ਸੱਚੀ ਕਾਰ ਹੈ। ਅਗਲੇ ਗੁਰਵਾਕ ਵਿੱਚ ਪੂਜਾ ਤੀਰਥ ਇਸ਼ਨਾਨ ਨੇਮ ਮੋਨ ਆਦਿ ਆਨਮਤ ਕਰਮ ਸਭ ਪਖੰਡ ਰੂਪ ਦਰਸਾਏ ਹਨ। ਪ੍ਰਭਾਤੀ ਮਹੱਲਾ ਪੰਜਵਾਂ। ਮਨ ਮੈਂ ਕ੍ਰੋਧ ਮਹਾ ਅਹੰਕਾਰਾ, ਪੂਜਾ ਕਰੈ ਬਹੁਤ ਬਿਸਥਾਰਾ, ਕਰ ਇਸ਼ਨਾਨ ਤਨ ਚੱਕਰ ਬਣਾਏ, ਅੰਤਰ ਕੀਮਲ ਕਬ ਹੀ ਨ ਜਾਏ। ਇਤ ਸੰਜਮ ਪ੍ਰਭ ਕਿਨ ਹੀ ਨ ਪਾਇਆ, ਭਗਉਤੀ ਮੁਦਰਾ ਮਨ ਮੋਹਿਆ ਮਾਇਆ। ਰਹਾਉ। ਪਾਪ ਕਰੈ ਪੰਚਾਂ ਕੇ ਬਸਰੇ,
ਤੀਰਥ ਨਾਏ ਕਹੈ ਸਭ ਉਤਰੇ, ਬਹੁਰ ਕਮਾਵੈ ਹੋਏ ਨਸੰਕ, ਜੰਪੁਰ ਬਾਂਧ ਖਰੇ ਕਾਲੰਕ। ਘੂਗਰ ਬਾਂਧ ਬਜਾਵੈ ਤਾਲਾ, ਅੰਤਰ ਕਪਟ ਫਿਰੈ ਬੇਤਾਲਾ, ਵਰਮੀ ਮਾਰੀ ਸਾਂਪ ਨ ਮੂਆ, ਪ੍ਰਭ ਸਭ ਕਿਛ ਜਾਣੈ ਜਿਨ ਤੂ ਕੀਆ। ਪੂੰਅਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ ਛੋੜ ਪਰਦੇਸੈਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਮਨ ਤੇ ਚੂਕਾ, ਬਨਤਾ ਛੋੜ ਬਦ ਨਦਰ ਪਰ ਨਾਰੀ, ਵੇਸ ਨ ਪਾਈਐ ਮਹਾ ਦੁਖਿਆਰੀ। ਬੋਲੇ ਨਾਹੀਂ ਹੋਏ ਬੈਠਾ ਮੁਨੀ, ਅੰਤਰ ਕਲਪ ਭਵਾਈਐ ਜੋਨੀ, ਅੰਤੇ ਰਹਿਤਾ ਦੁਖ ਦੇਹੀ ਸਹਿਤਾ, ਹੁਕਮ ਨ ਬੂਝੈ ਵਿਆਪਿਆ ਮਮਤਾ। ਬਿਨ ਸਤਗੁਰ ਕਿਨਹਿ ਨ ਪਾਈ ਪਰਮ ਗਤੇ, ਪੂਛੋ ਸਗਲ ਬੇਦ ਸਿਮਰਤੇ, ਮਨਮੁਖ ਕਰਮ ਕਰੈ ਅਜਾਈ, ਜਿਉ ਬਾਲੂ ਘਰ ਠੌਰ ਨ ਠਾਈ। ਜਿਸਨੋ ਭਏ ਗੋਬਿੰਦ ਦਇਆਲਾ, ਗੁਰ ਕਾ ਬਚਨ ਤਿਨ ਬਾਂਧਿਓ ਪਾਲਾ, ਕੋਟ ਮਧੇ ਕੋਈ ਸੰਤ ਦਿਖਾਇਆ, ਨਾਨਕ ਤਿਨ ਕੈ ਸੰਗ ਤਰਾਇਆ। ਜੇ ਹੋਵੈ ਭਾਗ ਤਾ ਦਰਸ਼ਨ ਪਾਈਐ, ਆਪ ਤਰੈ ਸਭ ਕੁਟੰਬ ਤਰਾਈਐ। ਰਹਾਉ ਦੂਜਾ। ਵਿਆਖਿਆ। ਬਹੁ ਪ੍ਰਕਾਰ ਦੀਆਂ ਤੇ ਬਾਲੇ ਵਿਸਥਾਰ ਦੀਆਂ, ਬਹੁਤ ਲੰਮ ਚੜਾਊ ਦੀਆਂ, ਭਾਵੇਂ ਕਿੰਨੀਆਂ ਹੀ ਪੂਜਾ ਪ੍ਰਸਤਸ਼ਾਂ ਕੋਈ ਆਨਮਤੀ ਕਰ ਲਵੇ, ਪਰ ਉਸਦੇ ਮਨ ਦਾ ਕ੍ਰੋਧ ਅਤੇ ਮਹਾ ਅਹੰਕਾਰ ਨਹੀਂ ਮਿਟਦਾ। ਪੂਜਾਵਾਂ ਕੀਤੀਆਂ ਐਵੇਂ ਬਿਰਥੀਆਂ ਹੀ ਜਾਂਦੀਆਂ ਹਨ। ਵੈਸ਼ਨਵ ਕਰਮ ਧਰਮੀ ਲੋਕ ਜੋ ਨਹਾ ਧੋ ਕੇ ਤਨ ਉੱਪਰ ਚੱਕਰ ਦੇ ਇਸ਼ਨਾਨ ਲਾਉਂਦੇ ਹਨ, ਇਹ ਸਭ ਪਖੰਡ ਕਿਰਿਆ ਹੀ ਹੈ, ਕਿਉਂਕਿ ਇਸ ਪਖੰਡ ਕਰਮ ਦੁਆਰਾ ਉਹਨਾਂ ਦੇ ਅੰਦਰ ਦੀ ਮੈਲ ਕਦੇ ਨਹੀਂ ਜਾਂਦੀ। ਇਹਨਾਂ ਪਖੰਡ ਕਰਮ ਸੰਜਮਾਂ ਦੁਆਰਾ ਵਾਹਿਗੁਰੂ ਨੂੰ ਕਿਨੇ ਨਹੀਂ ਪਾਇਆ। ਵਿਸ਼ਨੂੰ ਦੇ ਭਗਤਾਂ ਵਾਲੇ ਭੇਖ ਚਿੰਨ ਮੁਦਰਾ ਲਾਇਆਂ ਵੀ ਕੁਛ ਨਹੀਂ ਸੌਰਦਾ ਉਹਨਾਂ ਭੇਖੀਆਂ ਦਾ। ਮਨ ਤਾਂ ਫੇਰ ਵੀ ਮਾਇਆ ਨਾਲ ਹੀ ਮੋਹਿਆ ਰਹਿੰਦਾ ਹੈ। ਆਨਮਤ ਤੀਰਥ ਨਹਾਉਂਦਾ ਹੈ, ਪਰ ਤੀਰਥ ਨਹਾਤਿਆਂ ਪਾਪ ਕਮਾਉਣ ਦੀ ਬਹਿਬਤ ਨਹੀਂ ਜਾਂਦੀ। ਸਦਾ ਪੰਜਾਂ ਦੂਤਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਸ ਵਿੱਚ ਪਿਆ ਪਾਪ ਕਮਾਉਂਦਾ ਰਹਿੰਦਾ ਹੈ, ਹਟਦਾ ਨਹੀਂ। ਐਵੇਂ ਲੋਕਾਂ ਭਾਣੇ ਕਹਿੰਦਾ ਫਿਰਦਾ ਹੈ, ਤੀਰਥ ਨਹਾਇਆਂ ਪਾਪ ਸਭ ਉਤਰ ਗਏ। ਉਤਰਨ ਦੀ ਨਿਸ਼ਾਨੀ ਇਹ ਹੈ ਕਿ ਬਹੁਰ ਪਾਪ ਨਾ ਕਮਾਵੈ, ਸਗੋਂ ਉਦੋਂ ਦੁੱਗਣੇ ਕਮਾਉਂਦਾ ਹੈ। ਪਾਪਾਂ ਦੀ ਮੈਲ ਨਹੀਂ ਜਾਂਦੀ। ਇਸੇ ਰਹਿ ਗਈ ਮੈਲ ਦੇ ਕਾਰਨ ਸਗੋਂ ਨਿਸ਼ੰਕ ਹੋ ਕੇ ਹੋਰ ਪਾਪ ਕਮਾਉਂਦਾ ਹੈ। ਇਹ ਕਲੰਕ ਪਾਪ ਉਸ ਨੂੰ ਜੰਪੁਰੀ ਵਿਖੇ ਬੰਨ੍ਹ ਕੇ ਲੈ ਜਾਂਦਾ ਹੈ। ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਹੱਥਾਂ ਨਾਲ ਤਾਲ ਬਜਾ ਬਜਾ ਆਨਮਤ ਗੀਤ ਗਾਉਂਦੇ ਹਨ, ਪਰ ਅੰਦਰਲਾ ਕਪਟ ਇਉਂ ਨਹੀਂ ਜਾਂਦਾ। ਬੇਸੁਰੇ ਤੇ ਬੇਮੁਹਾਰੇ ਹੀ ਫਿਰਦੇ ਰਹਿੰਦੇ ਹਨ। ਸੱਪ ਦੀ ਖੁੱਡ ਪੁੱਟਿਆਂ ਸੱਪ ਨਹੀਂ ਮਰਦਾ। ਇਸੇ ਤਰ੍ਹਾਂ ਤਨ ਨੂੰ ਤਸੀਹੇ ਦਿੱਤਿਆਂ ਮਨ ਵਸ ਨਹੀਂ ਆਉਂਦਾ। ਮਨ ਦੀ ਗਤ ਕਰਨੇ ਹਾਰਾ ਪ੍ਰਭੂ ਭਲੀ ਬਿਦ ਜਾਣਦਾ ਹੈ। ਕਦੇ ਧੂਣੀ ਤਾਪਦਾ ਹੈ, ਕਦੇ ਗੇਰੂ ਦੇ ਬਸਤਰ ਪਹਿਨ ਕੇ ਭੇਖੀ ਸਾਧ ਬਣ ਬੈਂਦਾ ਹੈ। ਬਿਪਤਾ ਦਾ ਮਾਰਿਆ ਕੰਮ ਕਾਜ ਤੋਂ ਡਰਦਾ ਹੋਇਆ ਘਰ ਤੋਂ ਨੱਸ ਕੇ ਸਾਧ ਬਣ ਜਾਂਦਾ ਹੈ। ਆਪਣਾ ਵਤਨ ਦੇਸ਼ ਛੱਡ ਕੇ ਪਰਦੇਸੀ ਪਿਆ ਫਿਰਦਾ ਹੈ, ਪਰ ਥਾਂ ਥਾਈਂ ਧਾਇਆਂ ਮਨ ਵਸ ਨਹੀਂ ਆਉਂਦਾ। ਪੰਜ ਚੰਡਾਲ ਤਾਂ ਜਿੱਥੇ ਜਾਂਦਾ ਹੈ ਉਸ ਦੇ ਨਾਲ ਹੀ ਚਿਮੜੇ ਰਹਿੰਦੇ ਹਨ। ਟੁੱਕਰ ਮੰਗਣ ਦੀ ਖਾਤਰ ਕੰਨ ਪੜਵਾ ਦਿੱਤੇ, ਜੋਗੀ ਬਣ ਜਾਂਦਾ ਹੈ, ਪਰ ਹਾਜਤ ਉਸ ਦੀ ਮਿਟਦੀ ਨਹੀਂ। ਕੁੱਤੇ ਝਾਕਣੀ ਜਾਂਦੀ ਨਹੀਂ, ਤ੍ਰਿਪਤੀ ਨਹੀਂ ਆਉਂਦੀ। ਘਰ ਘਰ ਟੁੱਕਰ ਮੰਗਿਆਂ ਸਗੋਂ ਹੋਰ ਤ੍ਰਿਸ਼ਨਾ ਵੱਧਦੀ ਹੈ। ਸੁਪਨੇ ਵਿੱਚ ਵੀ ਉਸ ਨੂੰ ਟੁੱਕਰ ਹੀ ਦੀਂਦੇ ਹਨ। ਟੁੱਕਰਾਂ ਦੇ ਹੀ ਜਮ੍ਹਾਂ ਕਰਨ ਦੇ ਸੁਪਨੇ ਆਉਂਦੇ ਹਨ। ਆਪਣੀ ਘਰ ਦੀ ਨਾਰ ਤਿਆਗ ਕੇ ਆਪਣੇ ਜਾਣੇ ਤਿਆਗੀ ਬਣਦਾ ਹੈ। ਪਰਾਈ ਇਸਤਰੀ ਨੂੰ ਦੇਖਣ ਦੀ ਬੁਰੀ ਦ੍ਰਿਸ਼ਟੀ ਵਾਲੀ ਬਾਣ ਵਧੇਰੀ ਪੈ ਜਾਂਦੀ ਹੈ। ਅੰਤ ਗਲ ਦੀ ਫਾਸ ਬਣ ਜਾਂਦੀ ਹੈ। ਵੇਸ ਭੇਖ ਕੀਤਿਆਂ ਪਰਮਾਤਮਾ ਨਹੀਂ ਮਿਲਦਾ, ਸਗੋਂ ਪਖੰਡ ਭੇਖਾਂ ਦੇ ਕਾਰਨ ਉਸ ਦੀ ਦਸ਼ਾ ਮਹਾ ਦੁਖਿਆਰੀ ਹੋ ਜਾਂਦੀ ਹੈ। ਬੋਲਦਾ ਨਹੀਂ, ਮੌਨੀ ਹੋ ਕੇ ਬਹਿ ਜਾਂਦਾ ਹੈ, ਪਰ ਮਨ ਦੇ ਸੰਕਲਪ ਵਿਕਲਪ ਮਿਟਦੇ ਨਹੀਂ, ਜਿਸ ਕਾਰਨ ਇਹ ਪਖੰਡ ਭੇਖ ਉਸ ਨੂੰ ਜੋਨੀਆਂ ਵਿੱਚ ਭਵਾਉਂਦੇ ਹਨ। ਅੰਨ ਤੋਂ ਰਹਿਤ ਹੋ ਕੇ ਦੁੱਖ ਦੇਹੀ ਤੇ ਸਹਿੰਦਾ ਹੈ। ਆਪਣੀ ਸ਼ੋਹਰਤ ਵਿੱਚ ਲਗਨ, ਮਮਤਾ ਵਿੱਚ ਗਲਤਾਨ ਹੋਇਆ ਵਿਆ ਵਾਹਿਗੁਰੂ ਦੇ ਸੱਚੇ ਹੁਕਮ ਤੋਂ ਕੁੱਥਿਆ ਹੀ ਰਹਿੰਦਾ ਹੈ। ਸਤਿਗੁਰੂ ਦੀ ਸਿੱਖਿਆ ਬਿਨਾਂ ਕਿਸੇ ਵੀ ਅਨਮਤੀ ਕਰਮਕਾਂਡੀ ਨੇ ਕਰਮਗਤ ਨਹੀਂ ਪਾਈ। ਸਗਲੇ ਸਿਮਰਿਤ ਵੇਦ ਸ਼ਾਸਤਰ ਸੋਧ ਕੇ ਦੇਖ ਲਏ ਅਤੇ ਇਹਨਾਂ ਸਿਮਰਿਤ ਵੇਦ ਸ਼ਾਸਤਰਾਂ ਤੇ ਚੱਲਣ ਵਾਲਿਆਂ ਆਨਮਤ ਕਰਮੀਆਂ ਨੂੰ ਵੀ ਸੋਧ ਕੇ ਦੇਖ ਲਿਆ। ਮਨਮੁੱਖਾਂ ਆਨਮਤੀਆਂ ਦੇ ਕੀਤੇ ਕਰਮ ਅਜਾਈਂ ਹੀ ਜਾਂਦੇ ਹਨ,
ਜਿਵੇਂ ਬਾਲੂ ਰੇਤ ਦਾ ਘਰ ਉਸਾਰਿਆ ਥਿਰ ਨਹੀਂ ਰਹਿੰਦਾ, ਫੇਰ ਢਹਿ ਪੈਂਦਾ ਹੈ। ਜਿਸ ਵਡਭਾਗੇ ਗੁਰਮੁਖ ਜਨ ਉੱਤੇ ਗੋਬਿੰਦ ਦਇਆਲੂ ਹੁੰਦਾ ਹੈ, ਉਸ ਨੂੰ ਗੁਰੂ ਦੁਆਰਿਓਂ, ਗੁਰੂ ਨਾਨਕ ਦੇ ਦੁਆਰਿਓਂ ਗੁਰ ਦੀਖਿਆ ਮਿਲਦੀ ਹੈ। ਉਹ ਗੁਰੂ ਘਰ ਦੇ ਸਿੱਖ ਸਚਿਆਰ ਬਣ ਕੇ ਗੁਰੂ ਦੇ ਬਚਨ ਗੁਰ ਮੰਤਰ ਨੂੰ ਗਹਿ ਕੇ ਲੜ ਬਨ ਲੈਂਦੇ ਹਨ ਤੇ ਰਸਨਾ ਤੇ ਬਿਠਾ ਲੈਂਦੇ ਹਨ, ਅੰਤਰ ਆਤਮੇ ਪਰੋ ਲੈਂਦੇ ਹਨ। ਕੋਟਾਂ ਵਿੱਚੋਂ ਕੋਈ ਐਸਾ ਗੁਰਦੀਖਤ ਸੰਤ ਪ੍ਰਗਟਾਇਆ ਹੈ। ਐਸੇ ਗੁਰੂ ਨਾਨਕ ਦੇ ਘਰ ਦੇ ਗੁਰਦੀਖਤ ਸੰਤ ਦੇ ਸੰਗ ਬਹਿ ਕੇ ਨਿਸਤਾਰਾ ਹੁੰਦਾ ਹੈ ਅਤੇ ਕਰਮਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਜੇ ਮਸਤਕ ਤੇ ਭਾਗ ਹੋਵੇ ਤਾਂ ਐਸੇ ਗੁਰੂ ਵਰੋਸਾਏ ਸੰਤ ਭਗਤ ਗੁਰਮੁਖ ਜਨ ਦਾ ਦਰਸ਼ਨ ਨਸੀਬ ਹੋਵੇ, ਜਿਸ ਦਰਸ਼ਨ ਦੇ ਪ੍ਰਤਾਪ ਨਾਲ ਦਰਸ਼ਨ ਕਰਨਹਾਰਾ ਅਤੇ ਉਸ ਦਾ ਸਾਰਾ ਕੁਟੰਬ ਪਰਿਵਾਰ ਵੀ ਤਰ ਜਾਂਦਾ ਹੈ। ਆਵਾਗਮਨ ਦੇ ਵਿਨਾਸ਼ ਲਈ ਲੱਖਾਂ ਕਰਮ ਕੀਤੇ ਵੀ ਨਿਸ਼ਫਲ ਹਨ। ਯਥਾ ਗੁਰਵਾਕ ਅਗਨ ਮਰੈ ਜਲ ਲੋੜ ਲਓ, ਵਿਣ ਗੁਰ ਨਿਧ ਜਲ ਨਾਹੈ, ਜਨਮ ਮਰੈ ਪਰਮਾਈਐ, ਜੇ ਲੱਖ ਕਰਮ ਕਮਾਹੈ, ਜਮ ਜਾ ਗਾਤ ਨ ਲੱਗਈ, ਜੇ ਚੱਲੈ ਸਤਿਗੁਰ ਭਾਏ। ਸ਼ਲੋਕ ਮਹਲਾ ਪਹਿਲਾ। ਭਾਵ ਤ੍ਰਿਸ਼ਨਾ ਰੂਪੀ ਅਗਨੀ ਤਾਂ ਬੁਝਦੀ ਮਰਦੀ ਹੈ ਜੇ ਨਾਮ ਰੂਪੀ ਜਲ ਲੱਭੇ। ਇਹ ਨਾਮ ਰੂਪੀ ਜਲ ਦੀ ਨਿੱਧ ਪੂੰਜੀ ਸਤਿਗੁਰੂ ਨਾਨਕ ਦੇ ਦੁਆਰਿਓਂ ਹੀ ਮਿਲਦੀ ਹੈ। ਇਸ ਤੋਂ ਬਿਨਾਂ ਪ੍ਰਾਣੀ ਨੂੰ ਆਵਾਗਾਉਣ ਦੇ ਚੱਕਰ ਵਿੱਚ ਹੀ ਘੁੰਮਣਾ ਭਰਮਣਾ ਪੈਂਦਾ ਹੈ, ਭਾਵੇਂ ਲੱਖਾਂ ਆਨਮਤ ਕਰਮ ਕਰ ਲਵੇ, ਪਰ ਸਤਿਗੁਰੂ ਦੀ ਭਾਏ ਭਗਤੀ ਉੱਪਰ ਭਰੋਸਾ ਰੱਖ ਕੇ ਜੇ ਵਰਤੋਂ ਕਰੇ ਤਾਂ ਨਾ ਤਾਂ ਜਮ ਲੱਗਦਾ ਹੈ ਤੇ ਨਾ ਹੀ ਅੱਗੇ ਜਾ ਕੇ ਜਗਾਤੀਆਂ ਨੂੰ ਜਗਾਤ ਦੇਣੀ ਪੈਂਦੀ ਹੈ। ਜਗਾਤ ਲੱਗਦੀ ਹੀ ਨਹੀਂ ਗੁਰਮਤਿ ਭਾਏ ਨਾਮ ਜਪਣ ਵਾਲਿਆਂ ਨੂੰ, ਅਤੇ ਲੱਖ 84 ਜੂਨੀਆਂ ਵਿੱਚ ਭਰਮਣ ਦਾ ਗੇੜ ਵੀ ਮੁੱਕ ਜਾਂਦਾ ਹੈ। ਸ਼ਬਦ ਮਰੈ ਸੋਈ ਜਨ ਸਿੱਝੈ, ਬਿਨ ਸ਼ਬਦੈ ਮੁਕਤ ਨ ਹੋਈ, ਭੇਖ ਕਰੈ ਬਹੁ ਕਰਮ ਵਿਗੁੱਤੇ, ਭਾਏ ਦੂਜੈ ਪਰਜ ਵਿਗੋਈ। ਸ਼ਲੋਕ ਮਹਲਾ ਤੀਜਾ। ਗੁਰ ਸ਼ਬਦ, ਗੁਰ ਦੀਖਿਆ, ਗੁਰ ਮੰਤਰ ਦੀ ਕਮਾਈ ਕਰਦਾ ਕਰਦਾ ਜੋ ਜਨ ਮਰ ਜੀਵਾ ਹੋ ਜਾਵੇ, ਸੋਈ ਅੱਗੇ ਹਰ ਦਰਗਾਹ ਜਾ ਕੇ ਸੁਰਖਰੂ ਹੁੰਦਾ ਹੈ, ਕਿਉਂਕਿ ਉਹ ਬਾਜ਼ੀ ਜਿੱਤ ਕੇ ਘਰ ਆਉਂਦਾ ਹੈ, ਮਨੁੱਖਾ ਜਨਮ ਨੂੰ ਜਿੱਤ ਲੈਂਦਾ ਹੈ। ਅੱਗੇ ਵੀ ਜੀਵਨ ਮੁਕਤ ਪਦਵੀ ਦਾ ਸਿਹਰਾ ਉਸ ਨੂੰ ਮਿਲਦਾ ਹੈ। ਬਿਨਾਂ ਗੁਰ ਸ਼ਬਦ ਤੋਂ ਕਿਸੇ ਵੀ ਪ੍ਰਾਣੀ ਦੀ ਮੁਕਤੀ ਨਹੀਂ ਹੁੰਦੀ। ਸ਼ਬਦ ਬਿਹੂਣੀ ਸਾਰੀ ਸ੍ਰਿਸ਼ਟੀ ਪਰਜਾ ਵਿਗੂਚੇ ਵਿੱਚ ਹੀ ਹੈ। ਚਾਹੇ ਅਨੇਕਾਂ ਕਰਮਾਂ ਨੂੰ ਕਰ ਕਰ ਹੰਭ ਜਾਵੇ ਅਤੇ ਭੇਖਾਂ ਵਿੱਚ ਭਰਮ ਥਕੇ, ਦੂਜੇ ਭਾਏ ਵਿੱਚ ਗੁੰਮਰਾਹ ਹੋਈ ਰਹਿੰਦੀ ਹੈ। ਜਿਤਨੇ ਵੀ ਆਨਮਤ ਭੇਖ ਕਰਮ ਹਨ, ਸਭ ਦੂਜੇ ਭਾਏ ਵਿੱਚ ਭਰਮ ਭੁਲਾਉਣ ਦੇ ਚਕਮੇ ਹਨ। ਬਾਹਰ ਪਖੰਡ ਸਭ ਕਰਮ ਕਰੈ, ਮਨ ਹਿਰਦੈ ਕਪਟ ਕਮਾਏ। ਸ਼ਲੋਕ ਮਹਲਾ ਤੀਜਾ। ਜਿਤਨੇ ਵੀ ਆਨਮਤਾਂ ਦੇ ਪਖੰਡ ਕਰਮ ਹਨ, ਸਭ ਬਾਹੇਮੁਖੀ ਫੋਕਟ ਕਰਮ ਹੀ ਹਨ। ਮਨ ਹਿਰਦੇ ਅੰਦਰ ਕਪਟ ਹੀ ਰਹਿੰਦਾ ਹੈ, ਤਾਂ ਤੇ ਕਪਟ ਕੀਤਿਆਂ ਕਪਟ ਕਮਾਈਆਂ ਕੁਝ ਵੀ ਲਾਭਦਾਇਕ ਨਹੀਂ, ਸਗੋਂ ਹਾਨੀਕਾਰਕ ਹਨ।